ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈਂ, ਗੁਰ ਪ੍ਰਸਾਦੀ ਘਰ ਹੀ ਮਹਿ ਪਾਈ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਸਦਾ ਸਰੇਵੀ ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਹਉ ਵਾਰੀ ਜਿਉ ਵਾਰੀ, ਜਗ ਜੀਵਨ ਮਨ ਵਸਾਵਣਿਆ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਰਹਾ ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ। ਸਦਾ ਆਨੰਦ ਰਹੈ ਸੁਖ ਦਾਤਾ, ਗੁਰਮਤਿ ਸਹਿਜ ਸਮਾਵਣਿਆ। ਕਾਇਆ ਅੰਦਰ ਹਉ ਮੈਂ ਮੇਰਾ, ਜੰਮਣ ਮਰਨ ਨ ਚੂਕੈ ਫੇਰਾ। ਗੁਰਮੁਖ ਹੋਵੈ ਸੋ ਹਉ ਮੈਂ ਮਾਰੇ, ਸੱਚੋ ਸੱਚ ਧਿਆਵਣਿਆ। ਕਾਇਆ ਅੰਦਰ ਪਾਪ ਪੁੰਨ ਦੋਇ ਪਹਾਈ, ਦੋਹੀਂ ਮਿਲ ਕੈ ਸ੍ਰਿਸ਼ਟ ਉਪਾਈ। ਦੋਵੈ ਮਾਰ ਜਾਏ ਇਕਤ ਘਰ ਆਵੈ, ਗੁਰਮਤਿ ਸਹਿਜ ਸਮਾਵਣਿਆ। ਘਰ ਹੀ ਮਾਹੇ ਦੂਜੈ ਭਾਏ ਅਨੇਰਾ, ਚਾਨਣ ਹੋਵੈ ਛੋੜੈ ਹਉ ਮੈਂ ਮੇਰਾ। ਪ੍ਰਗਟ ਸ਼ਬਦ ਹੈ ਸੁਖ ਦਾਤਾ, ਅਨ ਦਿਨ ਨਾਮ ਧਿਆਵਣਿਆ। ਅੰਤਰ ਜੋਤ ਪ੍ਰਗਟ ਪਾਸਾਰਾ, ਗੁਰ ਸਾਖੀ ਮਿਟਿਆ ਅੰਧਿਆਰਾ। ਕਮਲ ਬਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ। ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰਾ। ਗੁਰਮੁਖ ਵਣਜੇ ਸਦਾ ਵਾਪਾਰੀ, ਲਾਹਾ ਨਾਮ ਸਦ ਪਾਵਣਿਆ। ਆਪੇ ਵਤ ਰਾਖੈ ਆਪੇ ਦੇ, ਗੁਰਮੁਖ ਵਣਜੈ ਕੇਈ ਕੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਆਪੇ ਵਤ ਰਾਖੈ ਆਪੇ ਦੇ, ਗੁਰਮੁਖ ਵਣਜੈ ਕੇਈ ਕੇ। ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਬਖਸ਼ਿਸ਼। ਢਲਦੀ ਸ਼ਾਮ ਅਸੀਂ ਸਤ ਸੰਗਤ ਮਾਣ ਰਹੇ ਹਾਂ। ਅਜੇ ਹੁਣੇ ਆਪ ਗੁਰਬਾਣੀ ਕੀਰਤਨ ਸਰਵਨ ਕਰ ਰਹੇ ਸੀ। ਅਗਲੇਰਾ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ।
ਅੱਜ ਦਾ ਸਮੁੱਚਾ ਪ੍ਰੋਗਰਾਮ ਮਹਾਨ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੈ। ਅੱਜ ਸਾਡੇ ਗੁਰਦੁਆਰਾ ਸਾਹਿਬ ਤੋਂ ਹੀ ਉਹਨਾਂ ਦੇ ਬਾਬਤ ਕਿਤਾਬ ਰਿਲੀਜ਼ ਕੀਤੀ ਗਈ, ਜਿਨ੍ਹਾਂ ਨੇ ਮਾਨਵਤਾ ਨੂੰ ਸਮਰਪਿਤ ਆਪਣੇ ਜੀਵਨ ਦੀ ਆਹੂਤੀ ਦਿੱਤੀ। ਉਸ ਅਨਜਸਟਿਸ ਦੇ ਖਿਲਾਫ ਜਿਹਦੇ ਵਿੱਚ ਹਜ਼ਾਰਾਂ ਹਜ਼ਾਰਾਂ ਮਾਵਾਂ ਦੇ ਪੁੱਤ ਲਾਵਾਰਿਸ ਲਾਸ਼ਾਂ ਕਹਿ ਕੇ ਸਾੜੇ, ਖੁਰਦ-ਬੁਰਦ ਕੀਤੇ ਗਏ, ਇੱਕ ਨਿਆਂ ਪੱਖੀ ਉਸ ਸਾਰੇ ਰੰਗ ਵਿੱਚ ਆਪਣੇ ਆਪ ਨੂੰ ਲਗਾਇਆ ਅਤੇ ਅਲਟੀਮੇਟਲੀ ਉਸ ਆਵਾਜ਼ ਨੂੰ ਸਦਾ ਅਮਰ ਕਰਦਿਆਂ ਹੋਇਆਂ ਆਪਣੀ ਜਾਨ ਆਹੂਤਿਤ ਕਰ ਦਿੱਤੀ। ਸੋ ਇਹੋ ਜਿਹੇ ਅਮਰ ਸ਼ਹੀਦ ਨੂੰ ਅਸੀਂ ਕੋਟਾਨ ਕੋਟ ਨਮਨ ਕਰਦੇ ਹਾਂ। ਸਿੱਖੀ ਦਾ ਆਸ਼ਾ ਹੈ ਕਿ ਆਪਣੇ ਆਪ ਨੂੰ ਉੱਚੇ ਆਦਰਸ਼ ਵਾਸਤੇ ਜੀਣਾ ਹੈ ਅਤੇ ਉੱਚੇ ਆਦਰਸ਼ 'ਚ ਜਿਉਂਦਿਆਂ ਹੋਇਆਂ ਜੇ ਜੀਵਨ ਉਸ ਪਾਸੇ ਲੱਗ ਵੀ ਜਾਏ ਅਤੇ ਇਹਦੇ ਵਾਸਤੇ ਕਰਤਾਰ ਦਾ ਸ਼ੁਕਰਗੁਜ਼ਾਰ ਹੋਣਾ, ਧੰਨਵਾਦ ਕਰਨਾ, ਮਾਲਕ ਤੂੰ ਇਹ ਮੈਨੂੰ ਮੇਰੀ ਝੋਲੀ 'ਚ ਚੀਜ਼ ਬਖਸ਼ਿਸ਼ ਕੀਤੀ ਹੈ। ਸੋ ਸਾਡੇ ਸਮਾਜ ਵਿੱਚ, ਸਾਡੀ ਕੌਮ ਵਿੱਚ ਇਹ ਪੱਖ ਤੋਂ ਇੱਕ ਚੜ੍ਹਦੀ ਕਲਾ ਦਾ ਰੂਪ ਆ। ਅੱਜ ਵੀ ਅਸੀਂ ਸਰਦਾਰ ਜੀ ਨੂੰ ਯਾਦ ਕਰਦੇ ਹਾਂ ਅਤੇ ਇੱਕ ਚੜ੍ਹਦੀ ਕਲਾ ਦੇ ਰੰਗ ਦੇ ਵਿੱਚ, ਅਤੇ ਇਸ ਲਹਿਤ ਦੇ ਨਾਲ ਕਿ ਇਸ ਮਨੁੱਖਤਾ 'ਤੇ ਕਦੀ ਵੀ ਅਨਜਸਟਿਸ ਨਾ ਹੋਏ। ਜਿੱਥੇ ਵੀ ਹੋਏ ਉੱਥੇ ਮਨੁੱਖਾਂ 'ਚ ਇਤਨੀ ਹਿੰਮਤ ਹੋਏ ਕਿ ਉਸ ਅਨਜਸਟਿਸ ਦੇ ਖਿਲਾਫ ਖੜ੍ਹੇ ਹੋ ਸਕਣ, ਆਵਾਜ਼ ਚੁੱਕ ਸਕਣ। ਸੋ ਆਓ ਅਗਲੇ ਸਮੇਂ ਵਿੱਚ ਅਸੀਂ ਸ਼ਬਦ ਵਿਵੇਚਨਾ ਕਰਨੀ ਹੈ। ਆਪ ਜੀ ਨੇ ਸ਼ਬਦ ਸਰਵਨ ਕੀਤਾ ਹੈ, ਇਹਦਾ ਰਹਾਉ ਦਾ ਪਦਾ ਬੀਤੇ ਕੱਲ ਬਾਵਿਸਥਾਰ ਬੜੀ ਡਿਟੇਲ ਡਿਸਕਸ਼ਨ ਦੇ ਨਾਲ ਅਸੀਂ ਵਿਚਾਰਿਆ ਸੀਗਾ। ਅੱਜ ਜਸਟ ਇੱਕ ਸਰਸਰੀ ਨਜ਼ਰ, ਇੱਕ ਥੋੜ੍ਹੇ ਜਿਹੇ ਸਮੇਂ ਦੇ ਅੰਦਰ ਇਹਨੂੰ ਇੱਕ ਦਾ ਵਿਚਾਰ ਲੈ ਕੇ ਫਿਰ ਇੱਕ ਨੰਬਰ ਪਦੇ 'ਤੇ ਆਵਾਂਗੇ। ਗੁਰੂ ਅਮਰਦਾਸ ਸਾਹਿਬ ਇਸ ਪਾਵਨ ਸ਼ਬਦ 'ਚ ਬਿਆਨ ਕਰਦੇ, ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ। ਰਹਾਓ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ। ਮੈਂ ਵਾਰਨੇ ਜਾਣਾ, ਕੁਰਬਾਨ ਜਾਣਾ ਕਿਹਦੇ ਤੋਂ? ਜਗ ਜੀਵਨ ਮਨ ਵਸਾਵਣਿਆ। ਜਿਹੜਾ ਮਨੁੱਖ ਜਗਤ ਦੇ ਜੀਵਨ ਦਹਿੰਦ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ। ਜਿਵੇਂ ਜੇ ਹੁਣੇ ਅਸੀਂ ਸਰਦਾਰ ਜਸਵੰਤ ਸਿੰਘ ਦੀ ਬਾਤ ਕਰ ਰਹੇ ਸੀਗੇ, ਜੋ ਮਨੁੱਖ ਜੀਵਨ ਨੂੰ ਪਿਆਰ ਕਰੇਗਾ ਉਹ ਇਕੱਲਾ ਕਿਸੇ ਇੱਕ ਖਾਸ ਕਲਬੂਤ, ਕਿਸੇ ਖਾਸ ਫਿਜ਼ੀਕਲ ਸਟਰਕਚਰ ਦੇ 'ਚ ਆਪਣੇ ਆਪ ਨੂੰ ਪਾਬੰਦ ਨਹੀਂ ਕਰੇਗਾ। ਉਹ ਸਭ ਦੇ ਵਿੱਚ ਵਸਦੇ ਹੋਏ ਜੀਵਨ ਦੀ ਹੋਂਦ ਨੂੰ ਮੰਨੇਗਾ, ਆਪਣੀ ਵੀ ਕੇਅਰ ਕਰੇਗਾ, ਦੂਜਿਆਂ ਦੀ ਕੇਅਰ ਕਰੇਗਾ, ਆਪਣੇ ਆਪ ਨੂੰ ਉਸ ਵੱਡੇ ਜੀਵਨ ਦੀ ਸੇਵਾ 'ਚ ਲਾਵੇਗਾ। ਇਹ ਅਧਿਆਤਮਕਤਾ ਹੈ, ਇਹ ਰੂਹਾਨੀਅਤ ਹੈ, ਇਹ ਧਰਮ ਆ, ਇਹ ਹੈ ਸਿੱਖੀ ਦਾ ਆਸ਼ਾ। ਕਿਉਂਕਿ ਸਿੱਖੀ ਨੇ ਕਿਸੇ ਸਟੈਚੂ ਵਰਸ਼ਿਪ ਦੀ ਤਾਂ ਗੱਲ ਨਹੀਂ ਨਾ ਕੀਤੀ। ਜੇ ਮੂਰਤੀ ਦੀ ਗੱਲ ਕੀਤੀ ਤੇ ਅਕਾਲ ਮੂਰਤ ਦੀ ਗੱਲ ਕੀਤੀ, ਜਿਹੜੀ ਮੂਰਤੀ ਕਾਲ ਤੋਂ ਪਰੇ ਹੈ। ਸਾਡੀ ਮੂਰਤੀ ਜਿਹੜੀ ਹੈ, ਜਿਹੜੀ ਆ ਸ਼ਕਲ 'ਚ ਅਸੀਂ ਰਹਿੰਦੇ ਹਾਂ, ਇਹ ਹੈ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ। ਇਹ ਬਚਪਨ ਆਉਂਦਾ ਹੈ, ਜਵਾਨੀ ਆਉਂਦੀ, ਬੁਢੇਪਾ, ਤੇ ਫਿਰ ਵਿਦਾ ਹੋ ਜਾਂਦੇ। ਐਗਜ਼ੈਕਟਲੀ ਕੋਈ ਚੀਜ਼ ਬਣਾਉਂਦੇ ਹਾਂ ਅਸੀਂ, ਭਾਵੇਂ ਉਹ ਪੱਥਰ ਦੀ ਹੈ, ਭਾਵੇਂ ਲੱਕੜ ਦੀ ਹੈ, ਭਾਵੇਂ ਮਿੱਟੀ ਦੀ ਹੈ, ਤੇ ਆਖਰਕਾਰ ਵਕਤ ਦੀ ਝਿੱਲ ਦੇ ਵਿੱਚ ਕਾਲ ਖਾ ਜਾਂਦਾ ਉਸ ਨੂੰ। ਪਰ ਜਿਹੜੀ ਅਕਾਲ ਦੀ ਮੂਰਤ ਆ, ਮੂਰਤਾਂ ਬਣਦੀਆਂ, ਮੂਰਤਾਂ ਟੱਟਦੀਆਂ, ਜੀਵਨ ਆਉਂਦਾ ਚਲਾ ਜਾਂਦਾ, ਪਰ ਜੀਵਨ ਦੀ ਇੱਕ ਵੱਡੀ ਤਸਵੀਰ ਚੱਲਦੀ ਰਹਿੰਦੀ। ਸੋ ਜਿਹੜੇ ਮਨੁੱਖ ਉਹਦੇ ਵਿੱਚ ਕੰਟਰੀਬਿਊਟ ਕਰਦੇ ਨੇ, ਕਿਸੇ ਇੱਕ ਖਾਸ ਰੂਪ, ਕਿਸੇ ਇੱਕ ਖਾਸ ਅਕਸ਼ ਨਕਸ਼ ਦੇ ਮਗਰ ਨਹੀਂ ਭੱਜਦੇ, ਮੋਹ ਮਾਇਆ ਤੋਂ ਨਿਰਲੇਪ ਕਰਦੇ, ਉਹ ਜਗਤ ਜੀਵਨ ਦੀ ਸੇਵਾ 'ਚ ਲੱਗ ਜਾਂਦੇ, ਆਪਣਾ ਰੋਲ ਪਛਾਣਦੇ, ਉਸ ਰੋਲ ਦੇ ਮੁਤਾਬਕ ਅੱਗੇ ਵੱਧਦੇ ਤੁਰੇ ਲੱਗੇ ਜਾਂਦੇ। ਜਿਵੇਂ ਅੱਜ ਦੇ ਅਸੀਂ ਮਾਹੌਲ 'ਚ ਜੀ ਰਹੇ ਹੈਗੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੋ ਰਹੀ ਹੈ, ਹੋਰ ਬੜੀ ਇਨੋਵੇਟਿਵ ਵੇ ਨਾਲ ਗੱਲ ਹੋ ਰਹੀ ਹੈ, ਅਤੇ ਇਹ ਵੀ ਗੱਲ ਹੋ ਰਹੀ ਹੈ ਕਿ ਕੁਝ ਇੱਕ ਇਹੋ ਜਿਹਾ ਐਲੀਟ ਹੈ ਜਿਹਦੇ ਕੋਲ ਕੁਝ ਮੈਡੀਕਲੀ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਨੇ, ਜਿਵੇਂ ਸਟੈਮ ਸੈਲਸ ਨੂੰ ਯੂਜ਼ ਕਰਕੇ ਜਾਂ ਹੋਰ ਸਭ ਕੁਛ, ਉਹ ਯੰਗ ਵੀ ਰਹਿ ਸਕਦੇ ਨੇ, ਉਹ ਲੰਬਾ ਸਮਾਂ ਰਹਿ ਵੀ ਸਕਦੇ ਨੇ ਧਰਤੀ ਦੇ ਉੱਤੇ। ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਦੇ ਮਹਾਰਾਜ ਕਹਿੰਦੇ ਨੇ, ਮਾਰ ਕੰਡੇ ਤੇ ਕੋ ਅਧਿਕਾਈ। ਭਾਰਤੀ ਮਿਥਿਓਲੋਜੀ ਦੇ ਵਿੱਚ, ਮਿਥਿਹਾਸ ਦੇ ਵਿੱਚ ਸਭ ਤੋਂ ਲੰਮੇਰੀ ਉਮਰ ਜਿਹਨੇ ਭੋਗੀ ਉਹ ਮਾਰਕੰਡੇਸ਼ਵਰ ਰਿਸ਼ੀ ਸੀਗਾ। ਅਲਟੀਮੇਟਲੀ ਉਹ ਵੀ ਵਿਦਾ ਹੋ ਗਿਆ। ਸਾਹਿਬ ਨੇ ਬਾਣੀ 'ਚ ਕਿਹਾ, ਇਹ ਧਰਤੀ ਦੇ ਉੱਤੇ ਕਿੰਨਾ ਲੰਬਾ ਸਮਾਂ ਤੁਸੀਂ ਰਹੇ, ਇਹ ਮਾਇਨੇ ਨਹੀਂ ਰੱਖਦਾ। ਮਾਇਨੇ ਇਹ ਰੱਖਦਾ ਆ ਤੁਸੀਂ ਜੀਵਨ ਦੀ ਵੱਡੀ ਤਸਵੀਰ ਨੂੰ ਕਿਵੇਂ ਪ੍ਰਾਪਤ ਕੀਤਾ। ਇੱਥੇ ਬੰਦਿਆਂ ਦਾ ਜੀਵਨ, ਅਸੀਂ ਸ਼ਬਦ ਪੜ੍ਹੀਏ, ਇਹ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਨਾ, ਜੇ ਜੁਗ ਚਾਰੇ ਆਰਜ਼ਾ ਹੋਰ ਦਸੂਣੀ ਹੋਏ, ਹੋ ਜਾਏ ਉਮਰ 4 ਯੁਗਾਂ ਦੀ ਹੋ ਜਾਏ,
ਉਸ ਤੋਂ ਵੀ 10 ਗੁਣਾ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਸਾਡੇ ਸਾਊਥ ਆਫ ਦਾ ਬਾਰਡਰ ਮੌਜੂਦਾ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਸ਼ੀਅਲੀ ਰਨ ਕਰਨ ਵਾਲਾ ਸ਼ਖਸ, ਉਹ ਸਟੇਜ ਤੇ ਜਿਵੇਂ ਮਸਕਰੇ ਨਹੀਂ ਕਰਦੇ ਕਮੇਡੀਅਨਸ, ਤੁਸੀਂ ਦੇਖਿਆ ਹੋਣਾ, ਉਹ ਮੋਕਿੰਗ ਕਰਦਾ ਤੇ ਸਭ ਚੀਜ਼ਾਂ ਕਾਪੀ ਕਰਕੇ ਸਾਰਾ ਕੁਝ ਕਰਦਾ ਹੈਗਾ। ਤੇ ਉਹ ਕਈ ਵਾਰੀ ਲੋਕੀ ਕਹਿਣਗੇ ਵੀ ਇਹ ਤੈਨੂੰ ਸੂਟ ਨਹੀਂ ਕਰਦਾ। ਉਹ ਕਹਿੰਦੇ ਤੁਹਾਨੂੰ ਕੀ ਪਤਾ, ਭਾਵੇਂ ਰੋਂਗ ਵੇ ਦੇ ਨਾਲ ਫੇਮ ਤੇ ਮਿਲ ਰਿਹਾ ਨਾ, ਵਟ ਐਲਸ ਆਈ ਨੀਡ। ਇਸ ਛੋਟੀ ਗੱਲ ਹੈ ਕੋਈ ਇਸ ਕਿਸਮ ਦੇ ਨਾਲ ਬੰਦੇ ਨੂੰ ਫੇਮ ਮਿਲ ਜਾਏ, ਪਰ ਸਭ ਕਹਿੰਦੇ ਇਤਨਾ ਕੁ ਫੇਮ ਮਿਲ ਜਾਏ ਵੀ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। 9 ਖੰਡਾਂ ਦਾ ਬੰਦਾ ਜਿਹੜਾ ਹੈਗਾ ਉਹ ਫੇਮਸ ਹੋ ਜਾਏ ਤੇ ਨਾਲ ਚੱਲੇ ਸਭ ਕੋਏ। ਉਹਦੇ 'ਚ ਐਸੀ ਕ੍ਰਿਜ਼ਮੈਟਿਕ ਹਸਤੀ ਹੋਏ, ਪਰਸਨੈਲਿਟੀ ਹੋਏ, ਹਰ ਸ਼ਖਸ ਉਹਦਾ ਫੋਲੋਵਰ ਹੋ ਜਾਏ। ਪਰ ਸਭ ਕਹਿੰਦੇ ਸਭ ਹੋਣ ਦੇ ਬਾਵਜੂਦ ਵੀ ਜੇ ਤੇਰੇ ਜੀਵਨ ਦੇ 'ਚ ਅਕਾਲ ਪੁਰਖ ਵਾਹਿਗੁਰੂ ਜਿਹੜਾ ਵੱਡਾ ਜੀਵਨ ਦੇਹਿੰਦਿਆ, ਉਹਦੀ ਸੇਵਾ 'ਚ ਤੂੰ ਨਹੀਂ ਲੱਗਾ, ਤੂੰ ਜੀਵਨ ਦੀ ਉਸ ਤਸਵੀਰ ਨੂੰ ਨਹੀਂ ਪਹਿਚਾਨਿਆ, ਤੇ ਚੇਤੇ ਰੱਖੀ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ। ਇਹੋ ਜਿਹੇ ਕੀੜੇ ਧਰਤੀ ਤੇ ਪੈਦਾ ਹੋ ਗਿਆ, ਇਹੋ ਜਿਹਾ ਤੂੰ ਪੈਦਾ ਹੋ ਗਿਆ, ਇੱਕੋ ਹੀ ਚੀਜ਼ ਹੈ। ਹੁਣ ਇਹਦਾ ਮਾਇਨਾ ਇਹ ਸਮਝੋ, ਜੀਵਨ ਕਿਸੇ ਵੱਡੇ ਆਸ਼ੇ ਵਾਸਤੇ ਜੀਣਾ। ਇੱਥੇ 4 ਦਿਨਾਂ ਦੇ ਮਹਿਮਾਨ ਆ, ਤੂੰ 4 ਦਿਨ ਵਧਾ ਕੇ 400 ਦਿਨ ਵੀ ਕਰ ਲਓ ਤੇ 4000 ਵੀ ਕਰ ਲਓ ਤੇ 4 ਲੱਖ ਵੀ ਕਰ ਲਓ, ਪਰ ਅਲਟੀਮੇਟਲੀ ਇਹ ਜਿਹੜਾ ਹੈ ਮੁਕਾਮ ਕਰ ਕਰ ਬੈਸਨਾ ਨਿਤ ਚੱਲਣੇ ਕੀ ਤੋਖ। ਤੂੰ ਸਮਝਦਾ ਨਾ ਕਿ ਮੇਰਾ ਮੁਕਾਮ ਇੱਥੇ ਪੱਕਾ ਹੈ। ਮਹਾਰਾਜ ਕਹਿੰਦੇ ਨਾ, ਇੱਥੇ ਵੱਡੇ ਵੱਡੇ ਮੁਕਾਮ, ਇੱਥੇ ਤੇ ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ। ਦਿਨ ਰਵ ਚੱਲੈ, ਦਿਨੀਅਰ ਸੂਰਜ ਕਹਿੰਦੇ ਬੁੱਢਾ ਹੋ ਗਿਆ, ਠੰਡਾ ਹੋ ਰਿਹਾ ਹੌਲੀ ਹੌਲੀ। ਧਰਤੀ ਇਹਦੀ ਉਮਰ ਪੁੱਗ ਰਹੀ ਹੈ, ਚੰਦਰਮਾ ਇਹਦੀ ਉਮਰ ਪੁੱਗ ਰਹੀ ਹੈ। ਭਾਵੇਂ ਤੁਸੀਂ ਤਾਰੇ ਸਿਆਰੇ, ਅਲਟੀਮੇਟਲੀ ਤੇ ਪੂਰੇ ਦੇ ਪੂਰੇ ਕਾਸਮਿਕ ਦੇ ਵਿੱਚ, ਬਲੈਕ ਹੋਲ ਦੇ ਵਿੱਚ ਹਰ ਚੀਜ਼ ਜਿਹੜੀ ਜਾ ਰਹੀ ਹੈ ਉਸ ਰੂਪ ਦੇ ਵਿੱਚ। ਭਾਈ ਇਹ ਮਦਰ ਨੇਚਰ ਦਾ ਲਾ ਆ। ਜਿਹੜਾ ਬੰਦਾ ਸਾਰੇ ਨੂੰ ਵੇਖ ਲੈਂਦਾ ਹੈ, ਫਿਰ ਉਹ ਛੋਟੀਆਂ ਛੋਟੀਆਂ ਚੀਜ਼ਾਂ ਦੀ ਪਕੜ ਨਹੀਂ ਕਰਦਾ। ਉਹ ਪਕੜ ਇਹ ਹੈ, ਇੱਕ ਸਰੀਰ ਦਾ ਮੋਹ ਆ ਗਿਆ, ਇਹਦੇ ਪਿੱਛੇ ਲੱਗ ਕੇ ਬੰਦਾ ਝੂਠ ਬੋਲੇਗਾ, ਆਲੇ ਦੁਆਲੇ ਨੂੰ ਨੁਕਸਾਨ ਪਹੁੰਚਾਏਗਾ। ਨਾ ਭਾਈ, ਇਸ ਸਰੀਰ ਦਾ ਫਾਇਦਾ ਭਾਵੇਂ ਨਾ ਹੋਏ, ਪਰ ਮੈਂ ਵੱਡੇ ਲੈਵਲ ਤੇ ਜ਼ਿੰਦਗੀ ਦੀ ਤਸਵੀਰ ਨੂੰ ਖਰਾਬ ਨਹੀਂ ਕਰਨਾ। ਇਹੀ ਮਨੁੱਖਤਾ ਆ। ਬੰਦਾ ਆਪਣੇ ਤੋਂ ਉੱਪਰ ਉੱਠ ਕੇ ਸੋਚੇ, ਇਹ ਹੈ ਜਗ ਜੀਵਨ ਦੀ ਆਸਥਾ। ਇਹ ਬੜਾ ਆਈਡੀਅਲ ਥਾਟ ਆ, ਪਰ ਗੁਰਬਾਣੀ ਕਹਿੰਦੀ ਇਹਦੇ ਤੋਂ ਬਿਨਾਂ ਤੁਸੀਂ ਜੀਵਨ ਵਿੱਚ ਸੰਤੋਖ ਤੇ ਸੰਤੁਸ਼ਟੀ ਪ੍ਰਾਪਤ ਨਹੀਂ ਕਰੋਗੇ। ਅਦਰਵਾਈਜ਼ ਕੋਟ ਜੋੜੇ ਲੱਖ ਕਰੋੜੇ ਮਨ ਨਾ ਹੋਰੇ। ਸਾਡੇ ਕਿਸੇ ਕੋਲ ਹੋ ਸਕਦਾ ਕੋਈ ਪਰਮਾਨੈਂਟ ਜੌਬ ਨਾ ਹੋਏ, ਅਸੀਂ ਤਾਂ ਕਹਿ ਰਹੇ ਹੋਈਏ ਯੂ ਨੋ that's why I'm so worried because I don't have permanent job, ਜਾਂ ਮੇਰਾ ਕੋਈ ਬਿਜ਼ਨਸ ਨਹੀਂ ਸ਼ੁਰੂ ਹੋ ਰਿਹਾ। ਉਹਨਾਂ ਨੂੰ ਵੇਖ ਲਓ ਜਿਨ੍ਹਾਂ ਦੇ ਬਿਜ਼ਨਸ ਸਟੈਬਲਿਸ਼ ਨੇ, ਉਹਨਾਂ ਨੂੰ ਵੇਖ ਲਓ ਜਿਨ੍ਹਾਂ ਦੇ ਬਿਜ਼ਨਸ ਉਸ ਲੈਵਲ ਤੇ ਨੇ ਜਿਨ੍ਹਾਂ ਨੂੰ ਕੋਈ ਕੰਪੀਟ ਨਹੀਂ ਕਰ ਸਕਦਾ। ਆਈ ਕੈਨ ਟਾਕ ਅਬਾਊਟ ਐਕਚੁਅਲੀ ਗੂਗਲ, ਐਪਲ, ਉਹਨਾਂ ਦੇ ਬਾਰੇ। ਭੁੱਖ ਉਹਨਾਂ ਦੀ ਮਿਟ ਗਈ, ਉਸੇ ਤਰ੍ਹਾਂ ਉਹਨਾਂ ਦੀ ਹਾਲਤ ਵੇਖ ਲਓ। ਜੇ ਤੁਸੀਂ ਐਪਲ ਵਾਲੇ ਸਟੀਵ ਦੀ ਜ਼ਿੰਦਗੀ ਪੜ੍ਹੀ ਹੋਏ, ਮੈਂ ਉਹਦੀ 2 ਕਿਤਾਬਾਂ ਪੜ੍ਹੀਆਂ ਮੁਸਲਸਲ, ਇੱਕ ਉਹਦੀ ਤੇ ਇੱਕ ਉਹਦੀ ਬੇਟੀ ਦੀ ਲਿਖੀ ਹੋਈ, ਉਹਦੀ ਆਪਣੇ ਫਾਦਰ ਬਾਰੇ। ਤੁਸੀਂ ਦੇਖੋ ਬੰਦਾ ਵੈਸੇ ਕਹਿਣ ਨੂੰ ਐਡਾ ਵੱਡਾ ਉਸ ਰੂਪ ਦੇ ਵਿੱਚ, ਪਰ ਤੁਸੀਂ ਗੋ ਥਰੂ ਜਾਂਦੇ ਹੋਗਾ ਕੀ ਹੈਗਾ, ਇੰਨੀ ਮਿਜ਼ਰੀ, ਇੰਨਾ ਸਭ ਕੁਛ। ਭਈ ਇਹ ਰਿਐਲਿਟੀ ਹੈ। ਇਹ ਸਾਰੇ ਤੋਂ ਬੰਦਾ ਆਪਣੇ ਆਪ ਨੂੰ ਸਪਿਰਿਚੁਅਲੀ ਇੰਗੇਜ ਕਰੇ ਕਿਸੇ ਵੱਡੇ ਆਸ਼ 'ਚ। ਇਹ ਨਹੀਂ ਵੀ ਚੀਜ਼ਾਂ 'ਚ ਕੰਟਰੀਬਿਊਟ ਨਾ ਕਰੇ ਭਾਈ, ਵਧੇ ਅੱਗੇ ਸਭ ਚੀਜ਼ਾਂ 'ਚ, ਪਰ ਨਾਲ ਦੀ ਨਾਲ ਜੀਵਨ ਦਾ ਆਸ਼ਾ ਵੱਡਾ ਕਰ ਲਵੇ। ਮਹਾਰਾਜ ਨੇ ਉਹਦੀ ਬਾਤ ਕੀਤੀ ਤੇ ਕਿਹਾ, ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ। ਜਿਹੜੇ ਜਗਤ ਦੇ ਜੀਵਨ ਨੂੰ ਮਨ ਵਿੱਚ ਵਸਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਜੀਵਨ ਦੀ ਵੱਡੀ ਤਸਵੀਰ ਨੂੰ ਪਿਆਰ ਕਰਦੇ, ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਹਰ ਜਗ ਜੀਵਨ ਨਿਰਭਉ ਦਾਤਾ ਭੈ ਰਹਿਤ। ਡਰ ਹੀ ਇੱਕ ਐਸੀ ਚੀਜ਼ ਹੈ, ਡਰ ਦੇ ਜ਼ਰੀਏ ਹੀ ਸਭ ਕੁਝ ਬੰਦਾ ਕਰ ਰਿਹਾ, ਚਲਾ ਰਿਹਾ ਉਸ ਰੂਪ ਦੇ ਵਿੱਚ। ਤੇ ਡਰਿਆ ਹੋਇਆ ਬੰਦਾ ਉਸ ਡਰ ਦੇ ਅੱਗੇ ਗੋਡੇ ਟੇਕ ਦਿੰਦਾ ਹੈਗਾ। ਭਾਵ ਡਰ ਹੋਰ ਡਰਾਉਂਦਾ ਹੈ, ਹੋਰ ਡਰੀ ਜਾਂਦਾ, ਤੇ ਜੀਵਨ ਦਾ ਅਸਲ ਕਾਰਜ ਕਰਨ ਵਾਲਾ ਨਹੀਂ ਕਰਦਾ। ਜਿਵੇਂ ਸੱਚ ਬੋਲਣਾ ਹੀ ਹੈ, ਝੂਠ ਬੋਲ ਕੇ ਬੰਦਾ ਸੋਚਦਾ ਮੈਂ ਕੁਝ ਬਚਾ ਲਵਾਂਗਾ, ਤੇ ਕਈ ਵਾਰ ਸੱਚ ਬੋਲ ਕੇ ਡਰ ਲੱਗਦਾ ਗਵਾ ਲਵਾਂਗਾ। ਪਰ ਜੇ ਸੱਚ ਬੋਲ ਕੇ ਦੇਖ, ਹਾਂ ਵਕਤੀ ਤੌਰ ਤੇ ਨੁਕਸਾਨ ਜ਼ਰੂਰ ਹੋਏਗਾ, ਪਰ ਲੌਂਗ ਰਨ ਦੇ ਵਿੱਚ, ਜਿਵੇਂ ਆਪਾਂ ਜੇ ਹੁਣੇ ਖਾਲੜਾ ਜੀ ਦੀ ਬਾਤ ਕਰ ਰਹੇ ਸੀਗੇ, ਵਕਤੀ ਤੌਰ ਤੇ ਤਾਂ ਕੋਈ ਬੰਦਾ ਕਹਿ ਸਕਦਾ ਹੈ ਕਿ ਕੀ ਖਟਿਆ ਦੱਸੋ ਇਹ ਸਾਰੇ ਦੇ ਵਿੱਚੋਂ, ਪਰ ਹਕੀਕਤ ਇਹ ਹੈ ਉਸ ਸਾਰੇ ਸਮਾਜ ਦੇ ਸਿੱਖਣਾ ਕਿਵੇਂ ਹੈ। ਨਹੀਂ ਤੇ ਜਿਹੜੀਆਂ ਜਿਹਨੂੰ ਅਕੀਲਤਾਂ ਕਿਹਾ ਜਾਂਦਾ ਹੈਗਾ, ਘੱਟ ਗਿਣਤੀਆਂ ਕਹਿੰਦੇ ਹਾਂ ਜਿਨ੍ਹਾਂ ਨੂੰ ਅਸੀਂ, ਉਹਨਾਂ ਸਾਰਿਆਂ ਦੀ ਹੋਣੀ ਜਿਹੜੀ ਹੈ, ਉਹਨਾਂ ਨੂੰ ਕਿਵੇਂ ਅਵੇਅਰ ਕੋਈ ਕਰੇਗਾ ਕਿ ਭਾਈ ਆਪਣੇ ਹੱਕਾਂ ਹਕੂਕਾਂ ਲਈ ਜਾਗੋ।
ਭਾਈ ਇਹ ਸਮਾਜ, ਇਹ ਮੁਲਕ, ਇਹ ਆਲਾ ਦੁਆਲਾ, ਇਹ ਭਾਈ ਤੁਹਾਡੇ ਤੋਂ ਬਿਲੋਂਗ ਕਰਦਾ ਆ। ਮਨੁੱਖਤਾ ਮਰ ਜਾਏਗੀ ਉਸ ਰੂਪ ਦੇ ਵਿੱਚ, ਮਨੁੱਖਤਾ ਛੋਟੀ ਹੋ ਜਾਏਗੀ, ਬੋਨੀ ਹੋ ਜਾਏਗੀ। ਇਹੋ ਜਿਹੇ ਕਰੈਕਟਰ ਜਿਹੜੇ ਨੇ ਉਹ ਮਨੁੱਖ ਨੂੰ ਮਨੁੱਖ ਬਣਨੇ 'ਚ ਮਦਦ ਕਰਦੇ ਨੇ ਉਸ ਤਰੀਕੇ ਦੇ ਨਾਲ। ਇਸ ਕਰਕੇ ਜੇ ਬੰਦਾ ਡਰ ਤੋਂ ਬਾਹਰ ਆਏਗਾ ਤਾਂ ਹੀ ਆਪਣੇ ਆਪ ਨੂੰ ਸਹੀ ਤਰ੍ਹਾਂ ਸਮਝ ਸਕੇਗਾ, ਆਲੇ ਦੁਆਲੇ ਨੂੰ ਸਹੀ ਤਰੀਕੇ ਨਾਲ ਸਮਝ ਸਕੇਗਾ। ਮਹਾਰਾਜ ਕਹਿੰਦੇ ਰੱਬ ਦੇ ਭੈ 'ਚ ਰਹਿਣ ਵਾਲਾ ਬੰਦਾ ਨਿਰਭਉ ਹੋ ਜਾਂਦਾ ਹੈ। ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ। ਤੇ ਇਹਦੇ ਨਾਲ ਹੀ ਗੁਰੂ ਕੀ ਮੱਤ ਆਉਂਦੀ ਹੈ। ਇਹੀ ਇੱਕ ਤਰੀਕਾ ਆ, ਇਸ ਵਿਸ਼ਵਾਸ ਦੇ ਨਾਲ ਹੀ ਬੰਦਾ ਗੁਰੂ ਵਾਲੇ ਪਾਸੇ ਤੁਰਦਾ ਹੈਗਾ। ਰਹਾਉ ਦਾ ਪੰਧ ਆ। ਸ਼ੁਰੂਆਤੀ ਪੱਦੇ 'ਚ ਆ ਜਾਈਏ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਉਸ ਪ੍ਰਭੂ ਦੀ, ਰੱਬ ਦੀ, ਗੋਡ, ਅੱਲਾ, ਕ੍ਰੀਏਟਰ, ਜੋ ਤੁਸੀਂ ਕਿਸੇ ਤਰੀਕੇ ਦੇ ਨਾਲ ਨਾਂ ਲੈਣਾ ਲੈ ਸਕਦੇ ਆ। ਪਰ ਆਖਰਕਾਰ ਜੇ ਉਹਨੂੰ ਮਿਲਣਾ ਹੈ, ਲੋਕ ਕਹਿੰਦੇ ਰੱਬ ਨੂੰ ਪਾਉਣਾ ਆ। ਗੁਰਬਾਣੀ ਦੇ ਸਿੰਪਲ ਸ਼ਬਦ ਪੜ੍ਹਦੇ ਹੈਗੇ ਆ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤੂੰ ਗੋਬਿੰਦ ਨੂੰ ਮਿਲਣਾ, ਆ ਜੀਵਨ ਤੈਨੂੰ ਇਸ ਕਰਕੇ ਮਿਲਿਆ। ਪਰ ਮਿਲਣਾ ਕਿਵੇਂ ਤੇ ਕਿੱਥੇ ਹੈ? ਇਸ ਤਰੀਕੇ ਦੇ ਜਿਹੜੇ ਕੁਐਸਚਨਸ ਨੇ ਕਈ ਵਾਰੀ ਬੰਦੇ ਨੂੰ ਬੜਾ ਬੌਦਰ ਵੀ ਕਰਦੇ, ਤੇ ਬੰਦਾ ਸੋਚਦਾ ਆ ਕਿ ਬਾਬਾ ਜੀ ਕਹਿ ਕੀ ਰਹੇ ਨੇ। ਗੁਰਬਾਣੀ 'ਚ ਮੈਂ ਫਿਰ ਹੋਰ ਚੀਜ਼ਾਂ ਬਿਆਨ ਕਰਦਾ ਕੁਛ। ਤੇ ਇੱਕ ਹੋਰ ਚੀਜ਼ ਦੇਖ ਲੈਣਾ, ਗੁਰਬਾਣੀ ਪ੍ਰੋਜ਼ ਨਹੀਂ ਗਾ, ਇਹ ਵਾਰਤਕ ਨਹੀਂ ਹੈਗੀ। ਇਹ ਕਹਾਣੀ ਦੀ ਤਰ੍ਹਾਂ ਨਹੀਂ, ਇੱਕ ਪਾਸੇ ਚੀਜ਼ ਲਿਖੀ ਗਈ, ਦੂਜੇ ਪਾਸੇ ਇਸ ਤਰ੍ਹਾਂ ਨਹੀਂ ਹੈਗਾ ਕਿ ਇਹਦੇ 'ਚ ਚੀਜ਼ਾਂ ਜਿਹੜੀਆਂ ਲਾਈਨ ਬਾਏ ਲਾਈਨ ਐਕਸਪਲੇਨ ਕੀਤੀਆਂ ਗਈਆਂ ਹੋਣ। ਗੁਰਬਾਣੀ ਇੱਕ ਪੋਇਟਿਕ ਜਿਹੜਾ ਸਿਸਟਮ ਹੈ ਉਹਦੇ 'ਚ ਲਿਖੀ ਗਈ ਚੀਜ਼ ਹੈ। ਇਹਦੇ 'ਚ ਰਾਗ ਦਰਜ ਨੇ, ਇਹਦਾ ਬਹੁਤਾ ਸੰਬੰਧ ਗਾਉਣ ਨਾਲ ਹੈ, ਇਹਦਾ ਬਹੁਤਾ ਸੰਬੰਧ ਇਹਨੂੰ ਰਿਸਾਈਟ ਕਰਨਾ ਤੇ ਇਹਨੂੰ ਭਾਵਨਾਤਮਕ ਪੱਖ ਤੋਂ ਅੰਦਰ ਅਹਿਸਾਸਣਾ ਹੈਗਾ। ਕਿਉਂਕਿ ਇਕੱਲੀ ਅੱਖਰਾਂ ਦੀ ਟਰਾਂਸਲੇਸ਼ਨ ਇਹ ਬੰਦੇ ਨੂੰ ਕਿਸੇ ਲੈਵਲ ਤੇ ਨਹੀਂ ਲਿਜਾ ਸਕਦੀ, ਜਿੰਨੀ ਦੇਰ ਤੱਕ ਬੰਦਾ ਉਸ ਚੀਜ਼ ਦੇ ਨਾਲ ਪੂਰੀ ਤਰ੍ਹਾਂ ਅੰਦਰੋਂ, ਜਿਹਨੂੰ ਕਿਹਾ ਜਾਏ ਕਿ ਆਤਮਸਾਤ ਨਹੀਂ ਹੁੰਦਾ, ਮਤਲਬ ਆਪਣੀ ਸੋਚ ਨੂੰ ਉਹਦੇ 'ਚ ਮਰਜ ਨਹੀਂ ਕਰਦਾ। ਤੇ ਵਾਰ-ਵਾਰ ਤੁਸੀਂ ਹੋਰ ਦੇਖੋ, ਜਿਹੜਾ ਸਿਮਰਨ ਆ ਨਾ, ਜੇ ਇੱਕ ਲੈਵਲ ਤੇ ਦੇਖੋਗੇ ਤੇ ਇਹ ਤੁਹਾਡੇ ਅੰਦਰ ਦੀ ਇੱਕ ਰਿਦਮ ਆ, ਇੱਕ ਅੰਦਰ ਦਾ ਸੰਗੀਤ ਆ। ਜਿਵੇਂ ਜਿਵੇਂ ਉਹ ਸਮਝ ਆਉਂਦਾ ਆ, ਬੰਦਾ ਉਹਦੇ ਵਿੱਚ ਇਤਨਾ ਗਲਤਾਨ ਹੋ ਜਾਂਦਾ ਹੈ ਕਿ ਉਹਨੂੰ ਆਪਣੇ ਅੰਦਰ ਦੀ ਦੁਨੀਆ ਉਹ ਸਵਰਨੀ ਲੱਗਣੀ, ਉਹਨੂੰ ਪਤਾ ਲੱਗਣ ਲੱਗ ਜਾਂਦਾ। ਫਿਰ ਉਹ ਅੰਦਰ ਦੀ ਸਵਰੀ ਹੋਈ ਦੁਨੀਆ ਬਾਹਰ ਅਮਲਾਂ ਵਿੱਚ ਲੈ ਕੇ ਆਉਂਦਾ ਆ। ਉਹੀ ਬੰਦਾ ਜਿਹੜਾ ਥੋੜੀ ਜਿਹੀ ਗੱਲ ਦੇ ਉੱਤੇ ਗੁੱਸੇ 'ਚ ਬਿਲਕੁਲ ਬਾਹਰ ਹੋ ਜਾਂਦਾ ਸੀ, ਹੁਣ ਉਹ ਕੰਟਰੋਲ 'ਚ ਹੋ ਰਿਹਾ ਹੈਗਾ। ਉਹੀ ਬੰਦਾ ਜਿਹੜਾ ਕੋਈ ਮਾੜੀ ਜਿਹੀ ਚਮਕਦੀ ਦਮਕਦੀ ਚੀਜ਼ ਦੇਖਦਾ ਸੀ, ਮਗਰ ਭੱਜ ਲੱਗਦਾ ਸੀ, ਹੁਣ ਉਹਨੂੰ ਉਸ ਪਾਸੇ ਸੰਤੋਖ ਆ ਰਿਹਾ ਹੈਗਾ ਅੰਦਰੋਂ। ਇਹ ਚੀਜ਼ਾਂ ਇਸ ਰੂਪ ਵਿੱਚ, ਪਰ ਇਹ ਸਾਰੀ ਗੁਰਬਾਣੀ ਸ਼ਬਦ ਗਾਇਨ ਆ, ਸਰਵਣ ਕਰਨਾ ਆ, ਅਲਾਪਣਾ ਆ, ਇਸ ਰੂਪ ਦੇ ਵਿੱਚ ਆ। ਇਸੇ ਲਈ ਕਈ ਵਾਰੀ ਕਿਹਾ ਜਾਂਦਾ ਹੈ, ਗੁਰੂ ਸਾਹਿਬ ਨੇ ਕਿਉਂ ਨਹੀਂ ਡਾਇਰੈਕਟਲੀ ਹਰ ਚੀਜ਼ ਉਸ ਤਰੀਕੇ ਨਾਲ ਲਿਖ ਦਿੱਤੀ? ਭਾਈ ਡਾਇਰੈਕਟਲੀ ਵੀ ਲਿਖ ਦਿਓ, ਪਰ ਜਿਹੜੀ ਹਿਊਮਨ ਮਨ ਦੀ ਕੰਪਲੈਕਸਿਟੀ ਹੈ ਨਾ, ਇਹ ਮਨੁਆ, ਇਹਨੇ ਹਜ਼ਾਰਾਂ ਐਕਸਕਿਊਜ਼ ਲੱਭ ਲੈਣੇ। ਤੇ ਕੁਦਰਤ ਨੇ ਬਣਾਇਆ ਹੀ ਇਹਨੂੰ ਇਸ ਤਰੀਕੇ ਨਾਲ। ਇਹ ਮਨ ਦੀ ਦੁਨੀਆ ਐਸੀ ਹੈ, ਇਸੇ ਰੂਪ ਵਿੱਚ ਚੱਲਦੀ ਹੈ। ਜਿੰਨਾ ਅਸੀਂ ਗੁਰਬਾਣੀ ਵਰਗੇ ਇਸ ਰਚਨਾ ਨੂੰ, ਇਸ ਸ਼ਬਦਾਂ ਨੂੰ ਆਪਣੀ ਸੁਰਤ ਦੇ ਨਾਲ ਲਗਾਤਾਰ ਜੋੜਾਂਗੇ, ਉਹਦੇ ਨਾਲ ਸੁਰਤ ਆਪਣੀ ਅਲਾਇਨ ਕਰਾਂਗੇ, ਅਸੀਂ ਕੁਝ ਥਾਟ ਪਕੜਨੇ ਸ਼ੁਰੂ ਕਰਾਂਗੇ ਇਹਦੇ। ਜਿਵੇਂ ਇਹਨੂੰ ਹੋਰ ਸਰਲ ਕਰ ਦਿੰਦਾ ਵਾਂ ਮੈਂ, ਕਿ ਤੁਸੀਂ ਕੋਈ ਖਾਸ ਮਿਨਰਲ, ਕੋਈ ਖਾਸ ਵਿਟਾਮਿਨ, ਕੁਝ ਖਾਸ ਕਿਸਮ ਦੀ ਲੈਕਿੰਗ ਹੈ ਤੁਹਾਡੀ ਬਾਡੀ 'ਤੇ, ਤੁਸੀਂ ਉਹਨੂੰ ਪੂਰਿਆਂ ਕਰਨਾ ਆ। ਅਤੇ ਉਹ ਜਿਵੇਂ ਅੱਜ ਤੇ ਚਲੋ ਗੋਲੀਆਂ, ਟੈਬਲੇਟ ਮਿਲ ਗਈਆਂ ਉਸ ਤਰੀਕੇ ਨਾਲ, ਹਾਂ ਕਿੰਨਾ ਵਰਕ ਕਰਦੀਆਂ ਨੇ ਕਿੰਨਾ ਨਹੀਂ, ਇਹ ਵੀ ਡਿਪੈਂਡ ਕਰਦਾ ਆ। ਇਨਕਲੂਡਿੰਗ ਮੈਂ ਆਪਣੀ ਗੱਲ ਜੇ ਕਰਾਂ ਤੇ ਮੇਰੇ 'ਚ B12 ਦੀ ਡਿਫੀਸ਼ੈਂਸੀ ਹੈਗੀ ਹੈ, ਤੇ ਜੇ ਮੈਂ ਗੋਲੀਆਂ ਖਾਈ ਜਾਵਾਂ, ਬਾਡੀ ਵੋਂਟ ਟੇਕ ਇਟ ਐਟ ਆਲ। ਗੋਲੀਆਂ ਖਾਣ ਨਾਲ ਤੇ ਕਲੀਆਂ ਨਾਲ ਤੇ ਅੰਦਰ ਨਹੀਂ ਜਾਏਗਾ। ਹਾਂ ਡਾਇਰੈਕਟਲੀ ਇੰਜੈਕਟ ਕਰਾਂਗਾ ਫਿਰ ਚਲਾ ਜਾਏਗਾ। ਤੇ ਉਹ ਜਿਹੜੀ ਹੈ ਉਹ ਐਕਚੁਅਲ ਲੈਵਲ ਤੇ ਇੱਕ ਆਰਟੀਫਿਸ਼ੀਅਲ ਚੀਜ਼ ਆ। ਇਹੋ ਜਿਹੀਆਂ ਚੀਜ਼ਾਂ ਵੀ ਹੁੰਦੀਆਂ ਜਿਹੜੀ ਬਾਡੀ 'ਚ ਲੈਣ ਦੀ, ਉਹਨੂੰ ਗ੍ਰੈਬ ਕਰਨ ਦੀ ਐਬਿਲਿਟੀ ਵੀ ਹੋਣੀ ਚਾਹੀਦੀ ਹੈ। ਹੁਣ ਜਿਵੇਂ ਲਗਾਤਾਰ ਤੁਸੀਂ ਪੜ੍ਹਦੇ ਰਹੋ, ਅਲਾਪਦੇ ਰਹੋ, ਸੁਣਦੇ ਰਹੋ, ਹੌਲੀ ਹੌਲੀ ਕਿਤੇ ਤੁਹਾਡੇ ਮਨ ਦੇ ਵਿੱਚ ਉਸ ਨੂੰ ਲੈਣ ਦੀ ਜਾਚ ਆ ਜਾਏ। ਜਿਵੇਂ ਪਹਿਲੀ ਗੱਲ ਹੁੰਦੀ ਹੈ, ਮਨੁੱਖ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਕਮੀ ਹੈ ਨਾ ਮਨੁੱਖ ਦੇ ਅੰਦਰ, ਉਹ ਹੈਗੀ ਹੈ ਰਿਸਪੌਂਸਿਬਿਲਟੀ ਦੀ, ਜ਼ਿੰਮੇਵਾਰੀ ਦੀ। ਬੰਦਾ ਆਪਣਾ ਜ਼ਿੰਮਾ ਨਹੀਂ ਸੰਭਾਲਦਾ। ਜੋ ਉਹਦੇ ਹਿੱਸੇ 'ਚ ਆ ਰਿਹਾ, ਜੋ ਉਹਨੂੰ ਕਰਨਾ ਚਾਹੀਦਾ, ਉਹਦੀ ਰਿਸਪੌਂਸਿਬਿਲਟੀ ਨਹੀਂ ਲੈ ਰਿਹਾ। ਦੈਟ ਇਜ਼ ਬਿਗੇਸਟ ਇਸ਼ੂ ਵਿਦ ਹਿਊਮਨਸ। ਫਿਰ ਉਹਦੇ ਲਈ ਅਸੀਂ ਕੀ ਕਰਦੇ ਆ? ਅਸੀਂ ਐਕਸਕਿਊਜ਼ ਲੱਭਦੇ ਆ, ਜਸਟੀਫਾਈ ਕਰਦੇ ਆ। ਇੱਥੋਂ ਅਲਾਮਤ ਸ਼ੁਰੂ ਹੁੰਦੀ ਸਾਰੀ।
ਫਿਰ ਜਿਹੜਾ ਮੇਰੇ ਐਕਸਕਿਊਜ਼ਸ ਨੂੰ ਸੁਣ ਲੈਂਦਾ, ਮੈਨੂੰ ਉਸ ਤਰੀਕੇ ਨਾਲ ਜਸਟੀਫਾਈ ਹੁੰਦੇ ਨੂੰ ਮੇਰੇ ਨਾਲ ਹਾਂ ਮਿਲਾਉਂਦਾ, ਮੈਨੂੰ ਚੰਗਾ ਲੱਗਦਾ, ਮੈਨੂੰ ਮੋਹ ਆਉਂਦਾ ਉਹਦੇ ਤੇ। ਜਿਹੜਾ ਮੈਨੂੰ ਸ਼ੀਸ਼ਾ ਵਿਖਾਉਂਦਾ, ਮੈਨੂੰ ਗੁੱਸਾ ਆਉਂਦਾ ਉਹਦੇ ਤੇ। ਹੱਦ ਹੋ ਗਈ, ਤੂੰ ਕਿਵੇਂ ਵਿਖਾ ਸਕਦਾ? ਇੱਥੋਂ ਫਿਰ ਰਿਲੇਸ਼ਨਸ਼ਿਪ ਇੱਕ ਡਿਫਰੈਂਟ ਲੈਵਲ ਤੇ ਚਲੀ ਜਾਂਦੀ। ਫਿਰ ਸਾਡੇ ਆਲੇ ਦੁਆਲੇ ਸਾਨੂੰ ਲੱਗਦਾ ਸਾਨੂੰ ਪਿਆਰ ਕਰਨ ਵਾਲੇ ਲੋਕ ਨੇ, ਜਾਂ ਸਾਡੇ ਤੋਂ ਡਰਨ ਵਾਲੇ ਲੋਕ ਨੇ ਜਿਹੜੇ ਉਸ ਲੈਵਲ ਤੇ ਨੇ, ਜਾਂ ਸਾਨੂੰ ਮੂਰਖ ਬਣਾਉਣ ਵਾਲੇ ਲੋਕ ਨੇ। ਰਿਐਲਿਟੀ ਦੇ ਵਿੱਚ ਪੰਜਾਬ ਦੀ ਫਿਜ਼ਾਂ ਦੇ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਵਰਗੀ ਪ੍ਰਕਾਸ਼ਨਾ ਹੁੰਦੀ ਹੋਏ ਰਚਨਾ ਦੀ, ਜਿੱਥੇ ਸਿੱਖੀ ਦੀ ਇੱਕ ਹੈਰੀਟੇਜ ਹੋਏ, ਉੱਥੇ ਥਾਂ ਥਾਂ ਤੇ ਡੇਰੇ ਉਗ ਜਾਣ। ਤੁਸੀਂ ਕਿਵੇਂ ਬਲੀਵ ਕਰ ਸਕਦੇ ਹੋ? ਲੋਕੀ ਡੇਰੇਦਾਰਾਂ ਦੇ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਉਹਨਾਂ ਦਾ ਪਾਣੀ ਭਰਨ ਲੋਕੀ। ਮਾਫੀ ਚਾਹਾਂਗਾ, ਮੇਰੀ ਜ਼ਬਾਨ 'ਚ ਗੱਲ ਆਈ, ਮੈਂ ਤੁਹਾਡੇ ਸਾਹਮਣੇ ਕਹਿ ਦਿੰਦਾ। ਡਾਕਟਰ ਜਿਹੜੇ ਹੈਗੇ ਨੇ ਪਟਿਆਲੇ ਵਾਲੇ, ਸ਼ਮਿੰਦਰ ਕੌਰ ਜੀ, ਉਹਨਾਂ ਨੇ ਇੱਕ ਵਾਰੀ ਖੁਦ ਇਹ ਬਾਤ ਕਹੀ। ਉਹ ਕਹਿੰਦੇ ਜਦੋਂ ਉਹ ਇੱਕ ਜਿਹੜਾ ਕਲੇਮ ਕਰਦਾ ਸੀਗਾ ਸੋ ਕਾਲਡ ਵੀ ਮੈਂ ਬਾਬਾ ਆਇਆ ਤੇ ਇਸ ਤਰੀਕੇ ਨਾਲ ਰੇਪ ਦੇ ਕੇਸ ਵਿੱਚ ਅੰਦਰ ਚਲਾ ਗਿਆ, ਤੇ ਉਹ ਹੋਇਆ ਇਹ ਕਿ ਜਦੋਂ ਕੇਸ ਚੱਲਿਆ, ਸਭ ਕੁਝ ਮੀਡੀਆ ਦੇ ਉੱਤੇ ਚਰਚਾ ਹੋਈ ਸਾਰੀ, ਤੇ ਉਹ ਕਹਿੰਦੇ ਕਿ ਮੇਰੇ ਕੋਲ ਹੀ ਇੱਕ ਸ਼ਖਸ ਜਿਹੜਾ ਹੈਗਾ ਆ, ਉਹ ਕੰਮ ਕਰਦਾ ਸੀਗਾ, ਤੇ ਉਹਨੇ ਉਹਦਾ ਲੌਕਟ ਪਾਇਆ ਗਲ ਦੇ ਵਿੱਚ। ਤੇ ਮੈਂ ਉਹਨੂੰ ਕੋਲ ਬੁਲਾਇਆ, ਮੈਂ ਕਿਹਾ ਉਹ ਭਲੇ ਬੰਦੇ, ਹੁਣ ਤੇ ਕੁਛ ਅਕਲ ਕਰ, ਹੁਣ ਤੇ ਲਾ ਦੇ ਇਹਨੂੰ ਐਟਲੀਸਟ। ਹੁਣ ਤੇ ਕੋਈ ਰਿਹਾ ਨਹੀਂ ਨਾ ਗੱਲ, ਹੁਣ ਤੇ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਈ ਗੱਲ ਸਾਰੀ। ਉਹ ਕਹਿੰਦਾ ਤੈਨੂੰ ਕੀ ਪਤਾ ਆ? ਪਤਾ ਮੈਂ ਤੇ ਜੇ ਵੀ, ਮੈਂ ਤਾਂ ਉਨਾ ਹੀ ਸਤਿਕਾਰ ਕਰਦਾ ਉਸ ਤਰੀਕੇ ਨਾਲ। ਉਹ ਕਹਿੰਦੀ ਠੀਕ ਗੱਲ ਹੈ, ਇਸ ਕਰਕੇ ਕਰਦਾ ਕਿਉਂਕਿ ਤੇਰੇ ਘਰ ਨਹੀਂ ਹੋਈ, ਕਿਸੇ ਹੋਰ ਦੇ ਘਰ ਹੋਈ ਹੈ। ਉਹ ਕਹਿੰਦੀ ਇਤਨੀ ਬੇਸ਼ਰਮੀ ਮੈਂ ਦੇਖੀ। ਉਹ ਕਹਿੰਦੀ ਤੂੰ ਕੀ ਸੋਚਦਾ, ਤੂੰ ਕੀ ਸੋਚਦੀ ਹੈ? ਜੇ ਮੇਰੇ ਘਰ, ਮੈਂ ਤੇ ਕਹਿਣਾ ਹੋਇਆ ਹੁੰਦਾ, ਆਈ ਡੋਂਟ ਮਾਈਂਡ। ਉਹ ਕਹਿੰਦੀ ਹਿਊਮੈਨਿਟੀ ਇਸ ਲੈਵਲ ਤੇ ਆ ਗਈ ਹੈ, ਬੰਦਾ ਅਹਿਸਾਸ ਨਹੀਂ ਕਰ ਪਾ ਰਿਹਾ। ਹੁਣ ਇਹੋ ਜਿਹੀ ਜਿਹੜੀ ਸੋਚ ਰੱਖਣ ਵਾਲੇ ਲੋਕ ਨੇ, ਉਹ ਗੁਰੂ ਗ੍ਰੰਥ ਸਾਹਿਬ ਵਰਗੀ ਰਚਨਾ, ਹਾਂ, ਉਹਦੇ ਕਾਬਲ ਹੀ ਨਹੀਂ ਰਹਿ ਗਏ। ਉਹਦਾ ਕਾਰਨ ਹੈ ਵੱਡਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸ਼ੀਸ਼ਾ ਵਿਖਾਉਂਦਾ ਆ, ਤੇ ਸ਼ੀਸ਼ੇ ਦੇ ਸਾਹਮਣੇ ਖੜਾ ਹੋਣਾ ਤੇ ਬੜੀ ਹਿੰਮਤ ਦਾ ਕੰਮ ਹੈ, ਕਿਉਂਕਿ ਸ਼ੀਸ਼ਾ ਤੇ ਸਾਰੇ ਚਿਹਰੇ ਦੇ ਦਾਗ ਦਿਖਾਉਂਦਾ ਆ, ਸ਼ੀਸ਼ਾ ਤੇ ਕਾਲਖ ਵਿਖਾਉਂਦਾ ਆ, ਸ਼ੀਸ਼ਾ ਸੱਚ ਬੋਲਦਾ ਆ। ਭਾਈ ਇਹਦੇ ਤੇ ਕੰਮ ਕਰ। ਸਪਿਰਿਚੁਅਲਿਟੀ ਆ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜੇ? ਆਪਣਾ ਜ਼ਿੰਮਾ ਲਏ, ਦੈਟ ਇਜ਼ ਮਾਈ ਰਿਸਪੌਂਸਿਬਿਲਿਟੀ, ਇਸ ਰੂਪ ਦੇ ਵਿੱਚ ਲੈ ਕੇ ਆਵੇ। ਫਿਰ ਦੂਸਰੀ ਜਿਹੜੀ ਚੀਜ਼ ਆ ਰਹੀ ਹੈ, ਉਹ ਆ ਰਹੀ ਹੈ ਕਿ ਜੇ ਮਿਸਟੇਕਸ ਹੋਣੀਆਂ, ਇਟਸ ਅ ਨਾਰਮਲ ਥਿੰਗ, ਇਹ ਵੱਡੀ ਗੱਲ ਨਹੀਂ ਹੈਗੀ। ਕੋਈ ਬੰਦਾ ਬਿਲਕੁਲ ਪਰਫੈਕਟ ਨਹੀਂ ਹੈਗਾ। ਗੁਰਬਾਣੀ ਨੇ ਸਿੱਧੇ ਤੌਰ ਤੇ ਕਿਹਾ ਭੁੱਲਣ ਅੰਦਰ ਸਭ ਕੋ, nobody is actually exception over here, anyone can make mistakes। ਜਦੋਂ ਉਸ ਲੈਵਲ ਤੇ ਬੰਦਾ ਗਲਤੀ ਕਰਕੇ ਸਿੱਖਦਾ, ਜਦੋਂ ਗਲਤੀ ਕੀਤੀ ਫਿਰ ਵੀ ਉਹਨੂੰ ਜਸਟੀਫਾਈ ਕਰੇ, that is ਇੱਕ ਰੋਂਗ ਕੀਤਾ, ਹੁਣ ਡਬਲ ਰੋਂਗ ਕਰ ਦਿੱਤਾ। ਇੱਥੇ ਰਿਮੋਰਸਫੁਲਨੈਸ ਆਵੇ, ਯੈਸ ਆਈ ਹੈਵ ਡਨ ਸਮਥਿੰਗ ਰੋਂਗ ਬਟ ਨਾਓ ਆਈ ਐਮ ਸੌਰੀ, ਆਈ ਵੋਂਟ ਡੂ ਇਟ। ਲਰਨ ਕਰੇ। ਇਹਦੇ ਨਾਲ ਫਿਰ ਅਗਲਾ ਲੈਵਲ ਆਏਗਾ। ਫਿਰ ਉਸ ਦੇ ਨਾਲ ਹੀ ਆਲੇ ਦੁਆਲੇ ਵੀ ਗਲਤੀਆਂ ਹੋਣਗੀਆਂ, ਉਹਦੇ ਲਈ ਫੋਰਗਿਵਨੈਸ ਹੋਵੇ, ਕੋਈ ਗੱਲ ਨਹੀਂ, ਗਲਤੀ ਹੋਈ ਹੈ, ਮਿਸਟੇਕ ਹੋਈ, ਪਰ ਇਟਸ ਓਕੇ, ਆਪਾਂ ਸਾਰੇ ਲਰਨ ਕਰਦੇ ਹਾਂ, ਲਰਨ ਕਰ ਤੇ ਅੱਗੇ ਵੱਧ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਬੰਦੇ ਨੂੰ ਜੀਵਨ ਦੇ ਵੱਡੇ ਲੈਵਲ ਨਾਲ ਜੋੜਦੀਆਂ ਨੇ। ਪਰ ਕਿਉਂਕਿ ਬੰਦਾ ਇਸ ਸਾਰੇ ਦੇ ਵਿੱਚ ਆਪਣੇ ਆਪ ਨੂੰ ਜਸਟੀਫਾਈ ਕਰਦਾ ਹੋਇਆ, ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਹੋਇਆ, ਇਹ ਸਭ ਤੋਂ ਦੌੜ ਰਿਹਾ, ਤੇ ਫਿਰ ਇੱਕ ਆਰਜ਼ੀ ਰੱਬ ਬਣਾ ਲੈਂਦਾ ਹੈ, ਆਰਜ਼ੀ ਸੋਚਾਂ ਬਣਾ ਲੈਂਦਾ ਹੈ, ਆਰਜ਼ੀ ਜਿਹਾ ਧਰਮ ਚਾਹੀਦਾ ਉਸਨੂੰ, ਤਾਂ ਸਾਰੇ ਦੇ ਅੰਦਰ ਫਿਰ ਗਵਾਚ ਜਾਂਦਾ ਹੈ। ਅਦਰਵਾਈਜ਼ ਗੁਰਬਾਣੀ ਕਹਿੰਦੀ ਹੈ ਅਕਾਲ ਪੁਰਖ ਵਾਹਿਗੁਰੂ ਜ਼ਰਰੇ ਜ਼ਰਰੇ 'ਚ ਮੌਜੂਦ ਆ, ਕਿੱਥੇ ਉਹਦੀ ਹੋਂਦ ਨਹੀਂ ਹੈਗੀ, ਕਿੱਥੇ ਉਹਦੀ ਹਸਤੀ ਨਹੀਂ ਹੈਗੀ। ਤੇ ਵੱਡਾ ਜਿਹੜਾ ਸਭ ਤੋਂ ਵੱਡਾ ਬੰਦੇ ਦੇ ਅੰਦਰ ਸੰਤਾਪ ਪਿਆ ਆ, ਇਹ ਜਿਹੜਾ ਸ਼ਬਦ ਆਇਆ ਨਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ। ਅਸੀਂ ਗੁਰੂ ਸਾਹਿਬ ਗੁਰਬਾਣੀ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਜਲ ਥਲ ਮਹੀਲ
ਉਹ ਅਕਾਲ ਪੁਰਖ ਵਾਹਿਗੁਰੂ ਜਲ ਵਿੱਚ ਆ, ਥਲ ਵਿੱਚ ਆ, ਜਲ ਤੇ ਥਲ ਦੇ ਮਹੀਲ ਦਰਮਿਆਨ, ਮਤਲਬ ਜ਼ਰਰੇ ਜ਼ਰਰੇ 'ਚ ਮੌਜੂਦ ਹੈ। ਰਵਿਆ ਵਿੱਚ ਵਣਾ, ਸਭ ਵਣ ਜੰਗਲ ਪੰਖੇਰੂ ਸਭ ਜਗ੍ਹਾ ਤੇ ਉਹ ਰਵਿਆ ਹੋਇਆ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜਿਹੜਾ ਸਭ ਥਾਵਾਂ ਤੇ ਮੌਜੂਦ ਆ, ਬੰਦੇ ਨੂੰ ਉਹ ਨਹੀਂ ਦਿਸਦਾ, ਬੰਦੇ ਦੀ ਉਹਦੇ ਨਾਲ ਸਾਂਝ ਨਹੀਂ ਬਣਦੀ। ਕਿੱਡਾ ਦੁੱਖ ਆ, ਕਿੱਡੀ ਵੱਡੀ ਵੇਦਨਾ ਆ, ਕਿੱਡੀ ਵੱਡੀ ਪੀੜਾ ਆ। ਪਰ ਇਹ ਹੈ ਕਿ ਸਭ ਦੇ ਨਾਲ ਸਾਂਝ ਪਾਉਣ ਵਾਸਤੇ ਗੁਰੂ ਬਾਬਾ ਜੀ ਨੇ, ਜਿਹੜੀ ਮੈਂ ਬੇਨਤੀ ਪ੍ਰਾਰੰਭ ਕੀਤੀ ਸੀ, ਬਾਣੀ ਦਿੱਤੀ। ਤੇ ਕਿਆ ਬਾਣੀ ਪੜ੍ਹੀ ਸਮਝੀ। ਤੇ ਮੈਂ ਇੱਥੋਂ ਬੇਨਤੀ ਕੀਤੀ, ਵਾਰਤਕ ਲਿਖੀ ਹੁੰਦੀ, ਡਾਇਰੈਕਟ ਇੰਸਟਰਕਸ਼ਨਸ ਲਿਖੀਆਂ ਹੁੰਦੀਆਂ, ਤਾਂ ਵੀ ਬੰਦੇ ਨੇ ਕੁਝ ਨਾ ਕੁਝ ਐਕਸਕਿਊਜ਼ ਲੱਭਣੇ ਸੀ। ਉਹ ਮਨ ਦੀ ਦਸ਼ਾ ਐਸੀ ਹੈ। ਮਨ ਜ਼ਿੰਮੇਵਾਰੀ ਤੋਂ ਭੱਜਦਾ ਹੈ, ਮਨ ਇਹਨਾਂ ਸਭ ਚੀਜ਼ਾਂ ਤੋਂ ਦੌੜਦਾ ਹੈ। ਇਹ ਸਾਰੇ ਵਾਸਤੇ ਇੱਕੋ ਹੀ ਤਰੀਕਾ ਆ, ਇੱਕ ਵਿਸ਼ਵਾਸ, ਇੱਕ ਬਲੀਵ ਸਿਸਟਮ ਵਿੱਚ ਆਏ ਬੰਦਾ। ਤੇ ਬਲੀਵ ਸਿਸਟਮ ਦੇ 'ਚ ਐਵੇਂ ਹੈ ਕਿ ਗੁਰੂ, ਜਿਵੇਂ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਪੰਥ ਦੀ ਬਾਤ ਸਾਡੇ ਘਰ ਵਿੱਚ ਆਉਂਦੀ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਕਰ ਦੇਣਾ, ਫਿਰ ਬਚਨ ਅੱਗੇ ਜਿਹੜਾ ਹੈਗਾ ਉਹਨੂੰ ਅਰਥ ਕਰ ਦੇਣਾ। ਸਾਡੇ ਬਹੁਤ ਦਾਨਸ਼ਮੰਦ ਪਿਛਲੀ ਸਦੀ ਦੇ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਮਤਲਬ ਕੁਝ ਸਾਲ ਪਹਿਲਾਂ, ਅਕਾਲ ਚਲਾਣੇ ਤੋਂ ਪਹਿਲਾਂ ਵੈਨਕੂਵਰ ਆਏ। ਤੇ ਵੈਨਕੂਵਰ ਉਹਨਾਂ ਨੂੰ ਇੱਕ ਸੱਜਣ ਇੰਟਰਵਿਊ ਕਰਨ ਲਈ ਚਲਾ ਗਿਆ। ਤੇ ਉਹ ਹੁਣ ਮਤਲਬ ਇਸ ਤਰ੍ਹਾਂ ਕਹਿ ਲਓ ਕਿ ਬੜੇ ਵਿਦਵਾਨ ਤੇ ਆਲਮੀ, ਉਹਨਾਂ ਦਾ ਕੋਈ ਸ਼ੱਕ ਵਾਲੀ ਬਾਤ ਨਹੀਂ ਹੈ, ਪਰ ਵੈਸੇ ਸਾਧੂ ਬਿਰਤੀ, ਮਤਲਬ ਸੰਸਾਰ ਦੀ ਇੱਕ ਪਕੜ ਤੋਂ ਤੁਹਾਨੂੰ ਇੱਕ ਲੈਵਲ ਤੇ ਜਾ ਕੇ ਲੱਗਦਾ ਕਿ ਬੰਦਾ ਇਸ ਚੀਜ਼ ਤੋਂ ਕਾਫੀ ਆਜ਼ਾਦ ਉਸ ਰੂਪ ਦੇ ਵਿੱਚ ਹੈ। ਤੇ ਹੁਣ ਸਾਡਾ ਮੀਡੀਆ ਦਾ ਜਿਹੜਾ ਰੂਪ ਬਹੁਤਾਇਤ ਤੁਸੀਂ ਦੇਖਦੇ ਹੋ, ਉਹਨਾਂ ਦਾ ਲੋਕਾਂ ਤੇ ਪ੍ਰਭਾਵ ਪਾਉਣਾ ਆਪਣੇ ਆਪ ਨੂੰ, ਕਿਉਂਕਿ ਜਿੱਡਾ ਮੀਡੀਆਕਾਰ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੇਗਾ ਵੀ ਆਮ ਦਾ ਹਾਈਐਸਟ ਇੰਟੈਲੈਕਚੁਅਲ ਪਰਸਨ, ਲੋਕ ਕਹਿਣਗੇ ਹਾਂ ਇਹ ਬੌਧਿਕ ਰੂਪ ਵਿੱਚ ਬੜਾ ਤਕੜਾ। ਤੇ ਉਹਨੂੰ ਕਈ ਵਾਰ ਇਹ ਵੀ ਭੁੱਲ ਜਾਂਦਾ ਕਿ ਮੈਂ ਗੱਲ ਕਿਹਦੇ ਨਾਲ ਕਰ ਰਿਹਾ, ਹਸਤੀ ਕੌਣ ਹੈ ਅੱਗੇ। ਤੇ ਉਹ ਖੈਰ ਉਹਨਾਂ ਨਾਲ ਗੱਲ ਕਰਨ ਲਈ ਗਿਆ, ਤੇ ਗੱਲ ਕਰਨ ਵਾਸਤੇ ਉਹਨੂੰ ਗੱਲ ਕਰਦਿਆਂ ਹੋਇਆ BC ਦਾ ਇੱਕ ਮੀਡੀਆਕਾਰ, ਤੁਸੀਂ TV ਵਗੈਰਾ ਤੇ ਵੀ ਦੇਖਦੇ ਹੋ, ਤੇ ਇੰਟਰਵਿਊ ਵਗੈਰਾ ਅਕਸਰ ਕਰਦਾ ਲੋਕਾਂ ਦੇ ਨਾਲ। ਤੇ ਉਹ ਮਾਈਕ ਅੱਗੇ ਕਰਕੇ ਤੇ ਉਹਨਾਂ ਨੂੰ ਕਹਿੰਦਾ ਆ ਪਹਿਲਾਂ ਆਪਣੇ ਅੱਗੇ ਮਾਈਕ ਕੀਤਾ ਉਹਨੇ, ਮਾਈਕ ਕਰਕੇ ਕਹਿੰਦਾ ਜੀ ਲੋਕੀ ਨਾ ਅੰਧ ਵਿਸ਼ਵਾਸ ਬੜੇ ਕਰਦੇ ਨੇ, ਲੋਕੀ ਸੁਪਰਸਟੀਸ਼ੀਅਸ ਬਲੀਵ ਸਿਸਟਮ ਰੱਖਦੇ ਨੇ। ਸੋ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਤੇ ਇਹ ਕਹਾਂਗਾ ਕਿ ਲੋਕਾਂ ਨੂੰ ਇਹ ਕਹੋ ਕਿ ਅੰਧ ਵਿਸ਼ਵਾਸ ਕਰਨੇ ਬੰਦ ਕਰਨੇ ਸਭ ਕੁਝ। ਸੋ ਕਹੋ, ਮਤਲਬ ਜੋ ਮੈਂ ਕਹਿ ਰਿਹਾ ਹਾਂ ਇਹਨੂੰ ਮੇਰੇ ਪਿੱਛੇ ਰਿਪੀਟ ਕਰ ਦਿਓ। ਵੀ ਸੱਜਣਾ, ਜੇ ਤੂੰ ਇਹੀ ਗੱਲ ਕਹਿਣੀ, ਤੂੰ ਕਹਿ ਰਿਹਾ ਆਲਰੇਡੀ, ਠੀਕ ਆ। ਏਡੇ ਵੱਡੀ ਸ਼ਖਸੀਅਤ ਕੋਲ ਆਇਆ, ਕੁਝ ਉਹਦੇ ਕੋਲੋਂ ਸੁਣ ਲੈ, ਸਮਝ ਲੈ ਕੁਝ ਗੱਲ ਉਸ ਰੂਪ ਦੇ ਵਿੱਚ। ਖੈਰ ਅੱਗੇ ਉਹ ਵੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ, ਉਹ ਜਦੋਂ ਬਾਤ ਕੀਤੀ, ਕਹਿਣ ਲੱਗਾ ਵੀ ਇਹ ਸਭ ਕੁਝ ਕਹੋ, ਤੇ ਉਹ ਥੋੜਾ ਪੌਜ਼ ਕਰਕੇ ਕਹਿੰਦੇ ਕੀ ਕਹਿ ਰਹੇ ਹੋ, ਅੰਧ ਵਿਸ਼ਵਾਸ? ਉਹ ਕਹਿੰਦਾ ਮੈਂ ਕਹਿੰਦਾ ਬਿਲਕੁਲ ਕਰਨਾ ਚਾਹੀਦਾ ਅੰਧ ਵਿਸ਼ਵਾਸ, ਕਿਉਂ ਨਹੀਂ ਕਰਨਾ ਚਾਹੀਦਾ। ਹੁਣ ਉਹਨੂੰ ਪਾਸਾ ਪੁੱਠਾ ਪੈ ਗਿਆ। ਉਹ ਕਹਿੰਦਾ ਹੱਦ ਹੋ ਗਈ, ਗਿਆਨੀ ਬੰਦੇ ਹੋ ਤੁਸੀਂ ਤੇ ਗਿਆਨ ਦੀ ਗੱਲ ਕਰੋ, ਤੁਸੀਂ ਅੰਧ ਵਿਸ਼ਵਾਸ ਕਹਿੰਦੇ ਆ। ਕਹਿੰਦੇ ਮੈਂ ਕਹਿਣਾ ਵਾ ਤੁਸੀਂ ਅੰਧ ਵਿਸ਼ਵਾਸ ਕਰ ਲਵੋ, ਕੋਈ ਦਿੱਕਤ ਨਹੀਂ ਕਰਨ ਦੇ ਵਿੱਚ, ਪਰ ਇੰਨਾ ਕੁ ਖਿਆਲ ਰੱਖਿਆ ਜੇ ਅੰਧ ਵਿਸ਼ਵਾਸ ਉਹਦੇ ਤੇ ਕਰਿਆ ਜੇ ਜਿਹੜਾ ਆਪ ਜਾਗਰੂਕ ਆ, ਜਿਹਦੀਆਂ ਆਪਣੀਆਂ ਅੱਖਾਂ ਨੇ। ਮਾਇਨੇ ਇਸ ਤਰ੍ਹਾਂ ਅੰਧ ਵਿਸ਼ਵਾਸ ਦਾ ਅੰਨੇ ਦੀ ਤਰ੍ਹਾਂ ਇਸ ਤਰ੍ਹਾਂ ਘੁੱਟ ਕੇ ਪੱਲਾ ਫੜ ਲੈਣਾ, ਐਵੇਂ ਘੁੱਟ ਕੇ ਅੱਖਾਂ ਬੰਦ ਕਰਕੇ ਪੱਲਾ ਫੜ ਲਿਆ ਜੇ, ਪਰ ਫੜਿਆ ਜੇ ਉਹਦਾ ਜੋ ਸਜਾਖਾ ਆ, ਜਿਹਨੂੰ ਅੱਖਾਂ ਨੇ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹਨੇ ਸ਼ਬਦ ਕੋਟ ਕੀਤਾ। ਉਹ ਕਹਿੰਦੇ ਬਾਣੀ 'ਚ ਕਿਹਾ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਦਾਤਾ ਮੈਂ ਅੰਨਾ, ਮੈਨੂੰ ਨਹੀਂ ਦਿਸਦਾ, ਮੈਨੂੰ ਬਹੁਤੀ ਸਮਝ ਨਹੀਂ ਹੈ, ਮੈਂ ਇੰਨਾ ਸਿਆਣਾ ਨਹੀਂ ਹੈ, ਮੇਰੀਆਂ ਚੋਇਸਿਸ ਠੀਕ ਨਹੀਂ ਅਜੇ ਤੱਕ ਹੋ ਸਕੀਆਂ। ਜੇ ਮੈਂ ਸਿਆਣਾ ਹੁੰਦਾ ਮੇਰੀਆਂ ਚੋਇਸਿਸ ਨਾ ਠੀਕ ਹੁੰਦੀਆਂ। ਮੇਰੇ ਤੇ ਤਰਸ ਕਰ, ਮੈਨੂੰ ਆਪਣਾ ਪੱਲਾ ਫੜਾ ਦੇ। ਕਹਿੰਦੇ ਕੁੱਟ ਕੇ ਫੜ ਲੈ। ਭਾਵ ਇੱਕ ਬਲੀਵ ਸਿਸਟਮ ਵਿੱਚ ਆ ਜਾਓ, ਉਹਦੇ ਨਾਲ ਜੁੜ ਕੇ ਅੰਗੇਜ ਕਰਕੇ ਤੋਰ ਲਓ ਆਪਣੇ ਆਪ। ਫਿਰ ਚੀਜ਼ਾਂ ਆਪਣੇ ਆਪ, ਥਿੰਗਸ ਵਿਲ ਹੈਪਨ, ਡੋਂਟ ਵਰੀ। ਇਹ ਚੀਜ਼ਾਂ ਜੋ ਬੰਦਾ ਸੋਚ ਰਿਹਾ ਨਾ, ਪਰ ਇਹ ਹੈ ਇੱਕ ਵਿਸ਼ਵਾਸ ਡੋਲਿਆ ਪਿਆ ਬੰਦੇ ਨੂੰ। ਮੋਸਟਲੀ ਤੇ ਲੱਗ ਰਿਹਾ ਪਤਾ ਨਹੀਂ ਗੁਰੂ ਸਾਹਿਬ ਠੀਕ ਵੀ ਕਹਿ ਰਹੇ ਨੇ ਕਿ ਨਹੀਂ ਕਹਿ ਰਹੇ, ਪਤਾ ਨਹੀਂ ਰੱਬ ਹੈ ਵੀ ਹੈ ਕਿ ਨਹੀਂ ਹੈ। ਭਾਈ ਫਿਰ ਆਪੋ ਆਪਣੀ ਟਪਲੀ, ਆਪੋ ਆਪਣਾ ਰਾਗ ਚੱਲੀ ਚੱਲ। ਪਰ ਇਹ ਇੱਕ ਸੋਲਿਡ ਟਰੈਕ ਦੀ ਬਾਤ ਹੋ ਰਹੀ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਈਂ। ਮੈਨੂੰ ਪੱਕਾ ਅਟਲ ਵਿਸ਼ਵਾਸ ਹੈ ਮੇਰਾ ਪ੍ਰਭੂ ਭਰਪੂਰ ਆ,
ਹਰ ਵਕਤ ਕੰਪਲੀਟ ਤੇ ਫੁੱਲ ਉਸ ਰੂਪ ਦੇ ਵਿੱਚ ਆ। ਉਹਦੀ ਹੋਂਦ ਜਿਹੜੀ ਏ ਬਿਲਕੁਲ ਮੈਨੂੰ ਉਸ ਲੈਵਲ ਤੇ ਕਿਸੇ ਤਰੀਕੇ ਨਾਲ ਉਹਦੇ 'ਚ ਕੋਈ ਕਮੀ ਤੇ ਖਾਮੀ ਨਹੀਂ ਦਿਸ ਰਹੀ। ਭਰਪੂਰ ਰਿਹਾ ਸਭ ਥਾਈਂ ਤੇ ਸਭ ਥਾਵਾਂ ਤੇ ਉਹਦੀ ਮੌਜੂਦਗੀ ਹੈ। ਗੁਰ ਪ੍ਰਸਾਦੀ ਘਰ ਹੀ ਮੈਂ ਪਾਈ। ਤੇ ਜਦੋਂ ਗੁਰੂ ਤਰਸ ਕਰੇਗਾ ਨਾ ਮੇਰੇ ਉੱਤੇ, ਪ੍ਰਸਾਦ ਦੇਏਗਾ ਮੈਨੂੰ, ਘਰ ਹੀ ਮੈਂ ਪਾਈ, ਅੰਦਰੋਂ ਹੀ ਦਿਸ ਆਵੇਗਾ। ਜਿਹੜਾ ਕਹਿੰਦਾ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੇਖ, ਆਪਣੇ ਆਪ ਨੂੰ ਸਮਝ ਐਕਚੁਅਲ ਲੈਵਲ ਤੇ। ਕੋਈ ਇਹ ਨਹੀਂ ਕਿ ਅੱਖਾਂ ਬੰਦ ਕਰਕੇ ਤੁਸੀਂ ਕਿਸੇ ਅੰਦਰਲੀ ਟ੍ਰੇਨ ਤੇ ਚੜ੍ਹ ਜਾਓਗੇ ਤੇ ਜਰਨੀ ਅੰਦਰ ਉਸ ਰੂਪ ਦੇ 'ਚ। ਇਹ ਸਾਰੇ ਇੱਕ ਇਹਨਾਂ ਵਰਡਸ ਦੀ ਇੱਕ ਡਿਫਰੈਂਟ ਸਿਗਨੀਫਿਕੇਸ਼ਨ ਹੈ, ਇੱਕ ਡਿਫਰੈਂਟ ਵੇ ਨਾਲ ਇਹ ਜਿਹੜਾ ਸਾਨੂੰ ਮਾਇਨੇ ਸਮਝਾਉਂਦੇ ਨੇ। ਪਰ ਇਹਦਾ ਮਾਇਨਾ ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਆਪਣੇ ਆਪ ਨੂੰ ਅਹਿਸਾਸ ਲੈਣਾ, ਸਮਝ ਲੈਣਾ। ਜਿਹਨੂੰ ਹਰ ਮੰਦਰ ਇਹ ਸਰੀਰ ਹੈ, ਹਰੀ ਦਾ ਮੰਦਰ, ਇਸ ਸਰੀਰ ਨੂੰ ਸਮਝਣ ਦੀ ਜਾਚ ਨਹੀਂ ਨਾ ਆਈ, ਬਾਹਰ ਨਾ ਹਰੀ ਦਾ ਮੰਦਰ ਦਿਸੇਗਾ ਉਹਨੂੰ। ਪਹਿਲਾਂ ਤਾਂ ਇੱਥੋਂ ਹੀ ਸਮਝ ਆਉਣੀ ਵੀ ਆ ਆਪਣੇ ਆਪ ਦੀ ਸੰਭਾਲ। ਸਭ ਕਹਿੰਦੇ ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਰੇਵੀ ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਸਦਾ ਸਰੇਵੀ, ਸਦਾ ਉਹਦੀ ਸੇਵਾ 'ਚ ਲੱਗ ਜਾਵਾਂ, ਇੱਕ ਮਨ ਧਿਆਈ। ਇਹਦੀ ਮੰਗ ਵਾਰ-ਵਾਰ ਕੀਤੀ ਜਾ ਰਹੀ ਹੈ। ਜਿਹੜੀ ਮਨੁੱਖੀ ਮਨ ਦੀ ਦਸ਼ਾ ਆ, ਇਹਦੇ 'ਚ ਬਹੁਤ ਸਾਰੀਆਂ ਖਾਮੀਆਂ ਕਮੀਆਂ ਨੇ। ਅੱਜ ਯੂਨੀਵਰਸਲ ਸਾਈਡ ਤੇ ਲੋਕੀ ਇਸ ਚੀਜ਼ ਨੂੰ ਸਮਝ ਰਹੇ ਨੇ ਪੂਰੀ ਦੁਨੀਆ ਦੇ ਵਿੱਚ। ਪਰ ਗੁਰਬਾਣੀ ਨੇ ਜਿਹੜੀ ਬਾਤ ਸਾਨੂੰ ਪਹਿਲੇ ਲੈਵਲ ਤੇ ਸਮਝਾਈ ਸੀ, ਮਨੁੱਖੀ ਮਨ ਦੇ 'ਚ ਸਭ ਤੋਂ ਵੱਡੀ ਕਮੀ ਹੈ ਇਕਾਗਰਤਾ ਦੀ, ਕੰਸੈਂਟਰੇਸ਼ਨ ਦੀ। ਮੈਂ ਤੇ ਵੀ ਇਸੇ ਸਮੇਂ ਦੀ ਹਾਜ਼ਰੀ 'ਚ ਇੱਕ ਦਿਨ ਬਿਆਨ ਕਰ ਰਿਹਾ ਸੀਗਾ, ਇੱਕ ਡੈਨਿਸ਼ ਸਕਾਲਰ ਨੇ ਆਪਣੀ ਬੁੱਕ ਲਿਖੀ ਹੈ, ਬੜੇ ਨਾਮਵਰ ਸਾਈਕੋਲੋਜਿਸਟ ਨੇ, ਤੇ ਉਹਦਾ ਨਾਂ ਹੀ ਉਹਨੇ ਕੰਸੈਂਟਰੇਸ਼ਨ ਰੱਖਿਆ। ਤੇ ਉਹਦੇ ਉੱਤੇ CBC ਨੇ ਇੱਕ ਪੂਰਾ ਪ੍ਰੋਗਰਾਮ ਕੀਤਾ, ਤੇ ਬਾਈ ਚਾਂਸ ਮੈਂ ਉਹ ਪੂਰਾ ਪ੍ਰੋਗਰਾਮ ਦੇਖਿਆ। ਤੇ ਉਹ ਉਹਨੂੰ ਪੁੱਛਦਾ ਆ, ਜਿਹੜਾ ਇੰਟਰਵਿਊ ਕਰਨ ਵਾਲਾ ਸ਼ਖਸ ਆ, ਉਹ ਕਹਿੰਦਾ ਆ ਕਿ ਇਹ ਮੰਨਿਆ ਜਾ ਰਿਹਾ ਕਿ ਮਨੁੱਖ, ਜਿਵੇਂ ਸਾਡੀਆਂ ਪਿਛੋਕੜ ਵਾਲੀਆਂ ਜਨਰੇਸ਼ਨ ਸੀਗੀਆਂ, ਸਾਡੇ ਬਜ਼ੁਰਗ ਸੀਗੇ, ਜਿੰਨਾ ਉਹਨਾਂ 'ਚ ਕੰਸੈਂਟਰੇਸ਼ਨ ਦਾ ਲੈਵਲ ਸੀ, ਸਾਡੇ 'ਚ ਉਹਨਾਂ ਨਹੀਂ ਹੈਗਾ। ਆਉਣ ਵਾਲੀਆਂ ਜਨਰੇਸ਼ਨਸ ਬੜੀਆਂ ਲੈਕ ਕਰਦੀਆਂ ਨੇ ਇਹਦੇ ਵਿੱਚ। ਤੇ ਉਸਨੇ ਕਿਹਾ, ਕਹਿੰਦਾ ਵੀ ਦੇਖੋ ਤੇਰੀ ਗੱਲ ਇੱਕ ਮਿਥ ਤੇ ਹੋ ਸਕਦੀ ਹੈ, ਡਾਟਾ ਬੇਸਡ ਨਹੀਂ ਹੈਗੀ। ਕਿਉਂਕਿ ਡਾਟਾ ਮੈਨੂੰ ਇਹ ਬਿਆਨ ਕਰਦਾ ਆ ਕਿ ਜਿਹੜੀ ਸਾਡੀ ਇਹ ਭਾਵੇਂ ਹਿਊਮਨ ਬ੍ਰੇਨ ਆ ਤੇ ਭਾਵੇਂ ਹਿਊਮਨ ਮਾਈਂਡ ਆ, ਇਹ ਜਿਹੜੀਆਂ ਮਸ਼ੀਨਸ ਨੇ ਇਹ ਜ਼ਿਆਦਾ ਵਧੀਆ ਹੋ ਗਈਆਂ ਨੇ ਜਨਰੇਸ਼ਨਸ ਦੇ ਨਾਲ ਅੱਗੇ। ਅੱਜ ਦੀ ਜਨਰੇਸ਼ਨ ਦਾ ਮਾਈਂਡ ਜਿੰਨਾ ਵਧੀਆ ਆ, ਵਾਇਰਿੰਗ ਜਿੰਨੀ ਵਧੀਆ ਆ, ਸਾਡੇ ਕੋਲ ਕੋਈ ਇਹੋ ਜਿਹਾ ਐਵੀਡੈਂਸ ਜਿਸ 'ਚ ਕਹੀਏ ਕਿ ਮਨੁੱਖੀ ਬ੍ਰੇਨ ਦੇ ਵਿੱਚ ਕੋਈ ਫਲਾ ਆ ਗਿਆ, ਕੋਈ ਕਮੀ ਆ ਗਈ ਹੈ, ਨੋ। ਹਿਊਮਨ ਮਾਈਂਡ ਦੇ ਵਿੱਚ ਕੋਈ ਪਰਮਾਨੈਂਟਲੀ ਕੋਈ ਜਿਹੜੀ ਕਿਸੇ ਕਿਸਮ ਦੇ ਨਾਲ ਕੋਈ ਡੈਮੇਜ ਉਸ ਲੈਵਲ ਦਾ ਹੋ ਗਿਆ ਹੈਗਾ, ਐਸਾ ਨਹੀਂ ਹੈਗਾ। ਐਕਚੁਅਲ ਲੈਵਲ ਤੇ ਇਹ ਬਲਕਿ ਬੜੀ ਵਧੀਆ ਚੀਜ਼ ਹੋ ਗਈ ਹੈ। ਉਹ ਕਹਿੰਦਾ ਪਰ ਇਹਦੇ ਮੁਕਾਬਲਤਨ ਇਹ ਮੰਨਿਆ ਜਾਂਦਾ ਸਾਡਾ ਕੰਸੈਂਟਰੇਸ਼ਨ ਦਾ ਲੈਵਲ ਘਟ ਗਿਆ। ਉਹ ਕਹਿੰਦੀ ਹਾਂ ਇਹ ਠੀਕ ਗੱਲ ਹੈ। ਇਹਦੇ ਵਿੱਚ ਮਾਈਂਡ ਜਾਂ ਬ੍ਰੇਨ ਦਾ ਕੋਈ ਕਸੂਰ ਨਹੀਂ ਹੈਗਾ। ਦਿਸ ਇਜ਼ ਨੋਟ ਕਮਿੰਗ ਫਰੋਮ ਐਕਚੁਅਲੀ from our brain and mind side. This is coming from environment side. ਸਾਡਾ এনवायरमेंट ਬਹੁਤ ਖਰਾਬ ਹੋ ਗਿਆ। ਇਹਦੇ 'ਚ ਇਤਨੀ ਜ਼ਿਆਦਾ ਡਿਸਟਰੈਕਸ਼ਨ ਹੋ ਗਈ ਹੈ ਕਿ ਸਾਡੇ ਕੋਲ ਇਤਨਾ ਕੁਛ ਆਲੇ ਦੁਆਲੇ ਆ ਗਿਆ ਕਿ ਉਹ ਸਾਰੇ ਦੇ ਨਾਲ ਅਸੀਂ ਆਪਣੀ ਕੰਸੈਂਟਰੇਸ਼ਨ ਵੈਸੇ ਹੀ ਜਿਹੜਾ ਹੈਗਾ ਲੂਜ਼ ਕਰ ਗਏ ਉਸ ਰੂਪ ਦੇ ਅੰਦਰ। ਸੋ ਇਸ ਕਰਕੇ ਉਹ ਸਾਰੇ ਤੋਂ ਸਾਨੂੰ ਬਚਣ ਦੀ ਲੋੜ ਹੈ। ਫਿਰ ਉਹ ਬਹੁਤ ਸਾਰੀ ਵੈਸੇ ਡਿਸਕਸ਼ਨ ਹੋਈ, ਪਰ ਉਹ ਅਖੀਰ 'ਚ ਉਹਨੂੰ ਫਿਰ ਪੁੱਛਦਾ ਹੈ ਕਿ ਇਹਦੇ ਬਾਰੇ ਚਲੋ ਤੂੰ ਪ੍ਰੋਬਲਮ ਟਾਕ ਤੇ ਕੀਤੀ, ਵਾਟ ਇਜ਼ ਸੋਲਿਊਸ਼ਨ? ਉਹ ਕਹਿੰਦੇ ਸੋਲਿਊਸ਼ਨ ਜਿਹੜਾ ਟ੍ਰੈਡੀਸ਼ਨਲ ਸਾਈਡ ਤੋਂ ਹਜ਼ਾਰਾਂ ਸਾਲਾਂ ਤੋਂ ਆ ਰਿਹਾ, ਪਹਿਲਾਂ ਤਾਂ ਮੈਂ ਉਹ 'ਤੇ ਗੱਲ ਕਰਾਂਗਾ, ਮੈਡੀਟੇਸ਼ਨ, ਸਿਮਰਨ। ਇਹ ਸਭ ਤੋਂ ਪਹਿਲੀ ਚੀਜ਼ ਹੈ। ਦੇਖੋ ਇਕਾਗਰ ਮਨ ਸਿਮਰਨ ਨੂੰ ਮਾਣਦਾ ਆ, ਸਿਮਰਨ ਦੇ ਵਿੱਚ ਜਾਂਦਾ ਆ, ਤੇ ਉਹਨੂੰ ਉਸ ਲੈਵਲ ਤੇ ਇੰਜੋਏ ਕਰਦਾ ਹੈ ਜਿਸ ਲੈਵਲ ਤੇ ਸਿਮਰਨ ਦੀ ਪੋਸੀਬਿਲਿਟੀਜ਼ ਹੈਗੀਆਂ ਨੇ ਸਿਮਰਨ ਵਿੱਚ। ਪਰ ਇਕਾਗਰ ਮਨ ਲਿਆਉਣ ਵਾਸਤੇ ਵੀ ਸਿਮਰਨ ਹੀ ਚਾਹੀਦਾ ਆ। ਖਿੰਡੇ ਹੋਏ ਮਨ ਨੂੰ ਵੀ ਇਕਾਗਰ ਕਰਨ ਵਾਸਤੇ ਜਿਹੜਾ ਹੈ ਨਾ, ਸਾਵਧਾਨ ਇਕਾਗਰ ਚੀਤ, ਉਹ ਵੀ ਇਹਦੇ ਵਿੱਚੋਂ ਹੀ ਆਉਣਾ ਹੈ। there is no any source। ਇੱਥੇ ਜਿਹੜਾ ਬਚਨ ਆਇਆ, ਸਭ ਕਹਿੰਦੇ ਸਦਾ ਸਰੇਵੀ ਇੱਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ। ਜਿਹੜਾ ਗੁਰੂ ਦੇ ਇਸ ਸੱਚ ਦੇ ਉੱਤੇ ਵਿਸ਼ਵਾਸ ਕਰਕੇ ਤੁਰ ਪੈਂਦਾ ਆ, ਉਹ ਸੱਚ ਵਿੱਚ ਹੀ ਸਮਾ ਜਾਂਦਾ ਆ। ਇੱਕ ਪਦਾ ਹੋਰ ਕਹਿ ਕੇ ਵਾਈਂਡ ਅਪ ਕਰ ਦਿੰਦਾ ਵਾ, ਘਰ ਮੈਂ ਧਰਤੀ ਧੌਲ ਪਤਾਲਾ। ਧੌਲ ਪਤਾਲਾ, ਧੌਲ ਧੌਲਾ ਬਲਦ, ਜਿਵੇਂ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹੈਗੇ ਆ, ਮਹਾਰਾਜ ਬਿਆਨ ਕਰਦੇ ਕਿ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ।
ਪੁਰਾਣੇ ਸਮੇਂ ਇਹ ਵਿਸ਼ਵਾਸ ਬਣਾਇਆ ਗਿਆ ਲੋਕਾਂ ਦਾ ਕਿ ਧਰਤੀ ਧੌਲੇ ਬਲਦ ਨੇ, ਇੱਕ ਜਿਹੜਾ ਹੈਗਾ ਆਕਸਨ ਨੇ ਆਪਣੇ ਜਿਹੜੇ ਸਿੰਘ ਹੁੰਦੇ ਨੇ, ਹੌਰਨਸ ਹੁੰਦੇ ਨੇ, ਉਹਨਾਂ ਦੇ ਉੱਤੇ ਚੱਕੀ ਹੈਗੀ ਹੈ। ਗੁਰੂ ਬਾਬਾ ਜੀ ਨੇ ਕਿਹਾ, ਉਹ ਦੁਨੀਆ ਦੇ ਲੋਕੋ, ਕਿਸੇ ਬਲਦ ਨੇ, ਕਿਸੇ ਜਿਹੜਾ ਹੈਗਾ ਉਸ 4 ਪੈਰਾਂ ਵਾਲੇ ਜਾਨਵਰ ਨੇ ਧਰਤੀ ਨਹੀਂ ਚੱਕੀ। ਜਿਹੜਾ ਅਸਲ ਵਿੱਚ ਧੌਲ ਹੈ ਧਰਤੀ ਦਾ, ਉਹ ਧਰਮ ਹੈ, ਤੇ ਧਰਮ ਵਿੱਚ ਵੱਜ ਕੇ ਸਭ ਕੁਝ ਚੱਲ ਰਿਹਾ। ਜਿਹੜੀ ਹਿਊਮਨ ਲਾਈਫ ਆ, ਇਹ ਵੀ ਜੇ ਧਰਮ ਵਿੱਚ ਵੱਜ ਕੇ ਚੱਲੇਗੀ ਤੇ ਇਹ ਜੀਵਨ ਜਿਹੜਾ ਉਹ ਸੁਖਨੁਮਾ ਹੋਏਗਾ। ਜਿਵੇਂ ਬਾਹਰ ਸਭ ਕੁਝ ਧਰਮ ਦੇ ਨਿਯਮ ਵਿੱਚ ਵੱਜਾ ਹੋਇਆ, ਕਿਸੇ ਡਿਸਿਪਲਿਨ ਦੇ ਵਿੱਚ ਆ। ਇੱਥੇ ਮਹਾਰਾਜ ਨੇ ਬਿਆਨ ਕੀਤਾ ਹੈਗਾ ਕਿ ਘਰ ਮੈਂ ਧਰਤੀ ਧੌਲ ਪਤਾਲਾ। ਬਾਹਰ ਦੀ ਧਰਤੀ ਜੇ ਕਿਸੇ ਧੌਲ ਨੇ ਨਹੀਂ ਚੱਕੀ ਤੇ ਇਹ ਵੀ ਧਰਤੀ ਜਿਹੜੀ ਹੈ ਇਹ ਵੀ ਕਿਸੇ ਹੋਰ ਨੇ ਨਹੀਂ ਚੱਕਣੀ। ਕਈ ਵਾਰ ਸੌਰੀ ਟੂ ਸੇ, ਕਈ ਲੋਕੀ ਕੋਈ ਮੁੰਦਰੀ ਪਾ ਲੈਂਦਾ ਹੈ, ਕੋਈ ਧਾਗਾ ਬੰਨ ਲੈਂਦਾ ਹੈ, ਕੋਈ ਹੋਰ ਕੋਈ ਚੀਜ਼, ਤੇ ਬੰਦਾ ਇਹ ਸੋਚਦਾ ਹੈ ਮੇਰੀ ਪ੍ਰੋਸਪੈਰਿਟੀ, ਮੇਰੀ ਲਾਈਫ, ਮੇਰੀ ਜ਼ਿੰਦਗੀ ਇਹਦੇ ਨਾਲ ਵੱਜੀ, ਇਹਨੇ ਚੱਕੀ ਹੈ। ਇਹ ਸਭ ਇੱਕ ਫੇਕ, ਇੱਕ ਬਿਲਕੁਲ ਜਿਹੜਾ ਹੈ ਗਲਤ ਵਿਸ਼ਵਾਸਨੀਅਤਾ ਆ। ਜ਼ਿੰਦਗੀ ਵਿੱਚ ਕਦੀ ਵੀ ਸੁੱਖ, ਸ਼ਾਂਤੀ, ਚੜ੍ਹਦੀ ਕਲਾ ਇੱਕ ਮਦਰ ਨੇਚਰ ਦੇ ਡਿਸਿਪਲਿਨ ਨੂੰ ਫੋਲੋ ਕਰਕੇ ਆਉਂਦੀ ਹੈ। ਤੁਸੀਂ ਪਿਛਲੀਆਂ ਜਨਰੇਸ਼ਨਸ ਤੋਂ ਖੁਰਾਕ ਹੀ ਨਹੀਂ ਠੀਕ ਖਾਧੀ, ਇਹਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਲੈਕ ਕਰ ਗਏ। ਉਹਦੇ ਸਦਕਾ ਵਾਇਰਿੰਗ ਪ੍ਰੋਪਰ ਨਹੀਂ ਹੋਈ, ਉਹਦੇ ਸਦਕਾ ਜੈਨੇਟਿਕਲੀ ਕੁਝ ਚੀਜ਼ਾਂ ਕਮੀ ਪੈ ਗਈ। ਜਿਵੇਂ ਤੁਸੀਂ ਦੇਖੋਗੇ ਭਾਰਤੀ ਖਿੱਤੇ ਦੇ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ, ਉਹਨਾਂ ਦੇ ਵਿੱਚ ਜਿਹੜੀ ਕਾਵਰਡਨੈਸ ਹੈ, ਡਰ ਬਹੁਤ ਜ਼ਿਆਦਾ ਹੈ, ਕਿਉਂਕਿ ਜਨਰੇਸ਼ਨ ਨੂੰ ਐਵੇਂ 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 ਜਿਹੜਾ ਹੈਗਾ ਉਹਨਾਂ ਨੂੰ ਬਣਾਇਆ ਗਿਆ, ਉਹਨਾਂ ਨੂੰ ਡਰਾ ਕੇ ਰੱਖਿਆ ਗਿਆ। ਖੁਰਾਕ ਤੇ ਪੋਸ਼ਾਕ ਹੀ ਠੀਕ ਨਹੀਂ ਮਿਲੀ, ਰੋਟੀ ਤੇ ਲੰਗੋਟੀ ਤਰਸਦੇ ਹੋਏ ਲੋਕੀ ਮਰ ਗਏ। ਸੋ ਇਹ ਸਭ ਚੀਜ਼ਾਂ ਲਗਾਤਾਰ ਤੇ ਅਜੇ ਵੀ ਜਨਰੇਸ਼ਨਸ ਕੈਰੀ ਕਰ ਰਹੀਆਂ ਨੇ। ਬੰਦਾ ਰੂਟ ਸਹੀ ਵੇਖੇ, ਗੁਰੂ ਸਾਹਿਬ ਨੇ ਰੂਟ ਸਹੀ ਕੀਤੇ। ਗੁਰੂ ਬਾਬਾ ਜੀ ਨੇ ਦੇਖੋ ਉਸ ਖਿੱਤੇ ਦੇ ਵਿੱਚ ਜਿੱਥੇ ਲੋਕਾਂ ਦੇ ਕੋਲ ਖਾਣ ਲਈ ਸ਼ਾਇਦ ਰੁੱਖੀ ਰੋਟੀ ਵੀ ਨਹੀਂ ਮਿਲਦੀ ਹੋਣੀ, ਉੱਥੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗਾਂ ਵਾਲੀਆਂ ਗੁਰੂ ਸਾਹਿਬ ਨੇ। ਇੰਨਾ ਰਿਚ ਫੂਡ ਜਿਹਦੇ 'ਚ ਜਿੰਨਾ ਆਟਾ ਉਨਾ ਹੀ ਘਿਓ, ਉਨੀ ਸ਼ੂਗਰ ਖਾਓ। ਇਸ ਰੂਪ ਦੇ ਵਿੱਚ ਭਗਤ ਕਬੀਰ ਸਰੀਖੀਆਂ ਰੂਹਾਂ ਨੇ ਬਚਨ ਕਹੇ ਬਾਣੀ ਦੇ 'ਚ, ਭੂਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੋ। ਬੰਦੇ ਪੇਟ ਭਰ ਕੇ ਖਾਣਾ ਸਿੱਖ, ਪਹਿਲਾਂ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਆ, ਫਿਰ ਜਾ ਕੇ ਅਗਲੀ ਬਾਤ ਆਏਗੀ। ਸੋ ਇੱਕ ਡਿਸਿਪਲਿਨ ਨੂੰ ਫੋਲੋ ਕਰਨ ਵਾਸਤੇ ਪਹਿਲਾਂ ਆਰ ਖੁਰਾਕ ਠੀਕ ਹੋਏ, ਫਿਰ ਰਹਿਣ ਸਹਿਣ, ਆਲਾ ਦੁਆਲਾ, ਦੋਸਤ ਮਿੱਤਰ ਸੱਜਣ, ਫਿਰ ਸਪਿਰਿਚੁਅਲਿਟੀ ਵਾਸਤੇ ਵੀ ਸਪਿਰਿਚੁਅਲ ਸੋਰਸ ਠੀਕ ਹੋਏ, ਤਾਂ ਜਾ ਕੇ ਬੰਦਾ ਅਗਲੇ ਲੈਵਲ ਤੇ ਜਾਂਦਾ ਆ। ਨਹੀਂ ਤੇ ਬੰਦੇ ਦੀ ਸੋਚ ਕਿਸੇ ਤਵੀਤ ਤੇ, ਕਿਸੇ ਧਾਗੇ ਤੇ, ਕਿਸੇ ਖਾਸ ਨੰਬਰ ਤੇ, ਕਿਸੇ ਖਾਸ ਵਾਰ ਤੇ, ਕਿਸੇ ਖਾਸ ਰੰਗ ਤੇ, ਮੇਰੇ ਲਈ ਆਹ ਲੱਕੀ, ਮੇਰੇ ਲਈ ਅਨਲੱਕੀ, ਇੱਥੇ ਮੈਂ ਬੜਾ ਫੋਰਚੂਨ ਕੰਮ ਕਰ ਗਿਆ, ਮੇਰਾ ਇੱਥੇ ਅਨਫੋਰਚੂਨ ਰਹਿ ਗਿਆ। ਇਹੋ ਜਿਹੀਆਂ ਚੀਜ਼ਾਂ ਤੇ ਕਰਦ ਕਰਾ ਕੇ ਬੰਦਾ ਜ਼ਿੰਦਗੀ ਲੰਘ ਜਾਂਦੀ। ਸਭ ਕਹਿੰਦੇ ਨਾ, ਅਸਲ ਧੌਲ ਧਰਮ ਉਹ ਆ। ਇੱਥੇ ਬਚਨ ਆਇਆ, ਘਰ ਮੈਂ ਧਰਤੀ ਧੌਲ ਪਤਾਲਾ। ਤੇਰੇ ਘਰ ਦੇ ਵਿੱਚ ਉਹ ਧਰਮ ਪਿਆ ਆ, ਉਸ ਇੰਟਲੈਕਟ ਨੂੰ ਸਹੀ ਰੂਪ ਵਿੱਚ ਯੂਜ਼ ਕਰ ਤੇ ਫਿਰ ਬੌਧਿਕ ਤੌਰ ਤੋਂ ਅਧਿਆਤਮੀ ਤੌਰ ਵਾਲੇ ਪਾਸੇ ਵੱਧ, ਜਿਹਦਾ ਅੱਗੇ ਸ਼ਬਦ ਵਿੱਚ ਵਿਵੇਚਨਾ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਅੱਜ ਦੇ ਦੀਵਾਨ ਦੇ ਵਿੱਚ ਸਰਦਾਰ ਖਾਲੜਾ ਜੀ ਨੂੰ ਇੱਕ ਵਾਰ ਫਿਰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਉਸ ਅਮਰ ਸ਼ਹੀਦ ਨੂੰ ਸਲੂਟ ਕਰਦਿਆਂ ਹੋਇਆਂ ਅਸੀਂ ਸਮਾਪਤੀ ਕਰਦੇ ਹਾਂ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।